हाँ जी, सत श्री अकाल। मैं कुलदीप सिंह सिद्धू ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਟੈਲੀਜੈਂਸ ਕਾਂਸਟੇਬਲ ਦਾ ਜਿਹੜਾ ਪੇਪਰ ਹੋਇਆ 14 ਅਕਤੂਬਰ ਨੂੰ, ਉਹਦਾ ਐਨਾਲਿਸਿਸ ਪਾਰਟ 2। ਪਹਿਲੇ ਪਾਰਟ ਦੇ ਵਿੱਚ ਆਪਾਂ ਕਾਫੀ 24-25 ਕੁਐਸਚਨ ਕਰ ਚੁੱਕੇ ਹਾਂ, ਬਟ ਕੁਝ ਕੁਐਸਚਨ ਜਿਹੜੇ ਰਹਿ ਗਏ ਸੀ ਉਹ ਬੱਚਿਆਂ ਨੇ ਮੈਨੂੰ ਬਾਅਦ ਚ ਦੱਸੇ ਨੇ। ਜਿਵੇਂ ਡੈਡਲੌਗ ਦਾ ਕੁਐਸਚਨ ਕਹਿੰਦੇ ਪੁੱਛਿਆ ਗਿਆ ਸੀ, ਡਿਲੀਟ, ਟਰੰਕੇਟ ਤੇ ਡ੍ਰੌਪ ਬਾਰੇ ਕੁਐਸਚਨ ਪੁੱਛਿਆ ਗਿਆ ਸੀ, ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਇੱਕ ਪਿਛਲੀ ਵੀਡੀਓ ਦੇ ਵਿੱਚ ਆਪਣਾ ਥੋੜਾ ਜਿਹਾ ਡਾਊਟ ਸੀ PDP 1 ਤੇ PDP 8 ਵਾਲਾ। ਵੈਸੇ ਤਾਂ ਮੈਂ ਕਮੈਂਟ ਕਰਕੇ ਦੱਸਤਾ ਸੀ, ਪਰ ਮੈਂ ਫਿਰ ਵੀ ਦੱਸ ਦਿੰਦਾ ਕਿ ਹੋ ਸਕਦਾ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਆਪਣੇ ਤੋਂ ਪੁੱਛਿਆ ਜਾਵੇ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ। ਡੈਡਲੌਕ ਇੱਕ ਸਿਚੁਏਸ਼ਨ ਹੁੰਦੀ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਾਂ ਇਹ ਲੇਮੈਨ ਐਗਜ਼ਾਮਪਲ ਹੈ, ਇਸ ਸਾਈਡ ਤੋਂ ਵੀ ਟ੍ਰੈਫਿਕ ਆ ਰਿਹਾ, ਇੱਧਰੋਂ ਵੀ ਟ੍ਰੈਫਿਕ ਆ ਰਿਹਾ, ਇੱਧਰੋਂ ਵੀ ਟ੍ਰੈਫਿਕ ਆ ਰਿਹਾ ਹੈ ਨਾ, ਇੱਧਰੋਂ ਵੀ ਟ੍ਰੈਫਿਕ ਆ ਰਿਹਾ। ਸੋ ਇਹ ਵਾਲੀ ਸਿਚੁਏਸ਼ਨ ਜਿਹਦੇ ਵਿੱਚ ਸਾਰੇ ਬੰਦੇ ਇਹ ਵੀ ਇੱਧਰ ਜਾਣਾ ਚਾਹੁੰਦੇ ਨੇ, ਇਹ ਵੀ ਇੱਧਰ ਜਾਣਾ ਚਾਹੁੰਦੇ ਨੇ, ਇਹ ਵੀ ਇੱਧਰ ਜਾਣਾ ਚਾਹੁੰਦੇ ਨੇ ਤੇ ਇਹ ਵੀ ਇੱਧਰ ਜਾਣਾ ਚਾਹੁੰਦੇ ਨੇ, ਹੈ ਨਾ। ਸੋ ਉਹ ਵਾਲੀ ਪ੍ਰੋਬਲਮ ਜਿਹਦੇ ਵਿੱਚ ਸਾਰੇ ਬੰਦੇ ਹੀ ਲੰਘਣਾ ਚਾਹੁੰਦੇ ਨੇ, ਕੋਈ ਵੀ ਬੰਦਾ ਪਿੱਛੇ ਹਟਣ ਨੂੰ ਤਿਆਰ ਨਹੀਂ, ਤਾਂ ਇਹ ਕੀ ਹੋ ਜਾਊਗਾ? ਬਲੌਕ ਹੋ ਜਾਊਗਾ ਰਸਤਾ। ਆਪਾਂ ਮੋਸਟਲੀ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਬੰਦੇ ਆਪਦੀ ਜਿੱਦ ਕਰਨ ਲੱਗ ਜਾਂਦੇ ਆ, ਤਾਂ ਹੀ ਟ੍ਰੈਫਿਕ ਲੱਗਦਾ, ਉਸੇ ਨੂੰ ਹੀ ਆਪਾਂ ਡੈਡਲੌਕ ਬੋਲ ਦਿੰਦੇ ਹਾਂ। ਇਹੀ ਕੰਡੀਸ਼ਨ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦੀ ਹੈ ਸੇਮ, ਕਿ ਪ੍ਰਿੰਟਰ ਤੇ ਟੇਪ ਡਰਾਈਵ ਇਹ ਰਿਸੋਰਸਿਸ ਹੁੰਦੇ ਨੇ ਆਪਣੇ। ਠੀਕ ਹੈ, ਸੋ ਇਹ ਰਿਸੋਰਸਿਸ ਨੂੰ ਜਿਵੇਂ ਪ੍ਰਿੰਟਰ ਹੈ, ਇਹ ਕਿਹਨੂੰ ਅਸਾਈਨ ਹੋਇਆ ਹੋਇਆ? P2 ਕਿਸੇ ਪ੍ਰੋਸੈਸ ਨੂੰ ਅਸਾਈਨ ਹੋਇਆ ਹੋਇਆ। ਸਿਮਿਲਰਲੀ ਟੇਪ ਡਰਾਈਵ ਹੈ, ਇਹ P1 ਪ੍ਰੋਸੈਸ ਨੂੰ ਅਸਾਈਨ ਹੋਇਆ, ਤੇ P1 ਕੋਲੇ ਟੇਪ ਡਰਾਈਵ ਹੈਗਾ ਤੇ ਇਹ ਡਿਮਾਂਡ ਕਰ ਰਹੀ ਹੈ, ਵੇਟ ਕਰ ਰਹੀ ਹੈ ਰਿਸੋਰਸ ਪ੍ਰਿੰਟਰ ਦੀ, ਜਿਹੜਾ ਕਿ P2 ਨੇ ਹੈ ਹੋਲਡ ਕੀਤਾ, ਉਹ ਛੱਡ ਨਹੀਂ ਰਹੀ, ਤੇ P2 ਮੰਗ ਰਹੀ ਹੈ ਕਿ ਮੈਨੂੰ ਟੇਪ ਡਰਾਈਵ ਚਾਹੀਦਾ। ਦੋਨੋਂ ਪ੍ਰੋਸੈਸ ਹੀ ਇੱਕ ਦੂਜੇ ਦੀ ਵੇਟ ਕਰ ਰਹੀਆਂ ਨੇ, ਤੇ ਜਿਹੜਾ ਰਿਸੋਰਸ ਫੜ ਕੇ ਰੱਖਿਆ ਉਹ ਛੱਡਣ ਲਈ ਤਿਆਰ ਨਹੀਂ। ਤਾਂ ਇਹ ਕਿੰਨਾ ਚਿਰ ਚੱਲੀ ਜਾਣਗੀਆਂ? ਚਾਹੇ ਸਾਰੀ ਉਮਰ ਚਲਾਈ ਚੱਲੋ। ਇਹ ਕਦੇ ਹੋ ਸਕਦਾ ਵੀ ਇਹ ਪ੍ਰੋਸੈਸ ਕੰਪਲੀਟ ਹੋ ਜਾਣਗੀਆਂ? ਤਾਂ ਨਹੀਂ ਹੋਣਗੀਆਂ। ਇਹ ਵਾਲੀ ਸਟੇਟ ਜਿਹਦੇ ਵਿੱਚ ਕੋਈ ਵੀ ਪ੍ਰੋਸੈਸ ਜਿਹੜੀ ਹੈ ਪ੍ਰੋਗਰੈਸ ਨਹੀਂ ਕਰਦੀ, ਉਹਨੂੰ ਆਪਾਂ ਡੈਡਲੌਕ ਬੋਲ ਦਿੰਦੇ ਹਾਂ। ਠੀਕ ਆ, ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਡੈਡਲੌਕ ਇਨ ਆਪਰੇਟਿੰਗ ਸਿਸਟਮ ਇਜ਼ ਏ ਸਿਚੁਏਸ਼ਨ ਇਨ ਵਿਚ ਮੋਰ ਦੈਨ ਵਨ ਪ੍ਰੋਸੈਸ। ਇੱਕ ਗੱਲ ਇਹ ਯਾਦ ਰੱਖਣੀ ਹੈ, ਕਦੇ ਵੀ ਸਿੰਗਲ ਪ੍ਰੋਸੈਸ ਦੇ ਨਾਲ ਡੈਡਲੌਕ ਨਹੀਂ ਆਉਂਦਾ। ਡੈਡਲੌਕ ਹੋਣ ਦੇ ਲਈ ਇੱਕ ਤੋਂ ਜ਼ਿਆਦਾ ਪ੍ਰੋਸੈਸ ਚਾਹੀਦੀਆਂ ਨੇ। is blocked because of holding a resource and also require some resources that is acquired by some other processes। ਤਾਂ P1 ਨੂੰ ਅਸਾਈਨ ਹੋਇਆ R1 ਤੇ P2 ਨੂੰ ਅਸਾਈਨ ਹੋਇਆ R2। P1 ਨੂੰ R1 ਮਿਲਿਆ, R2 ਦੀ ਵੇਟ ਕਰ ਰਿਹਾ, P2 ਨੂੰ R2 ਮਿਲਿਆ ਤੇ R1 ਦੀ ਵੇਟ ਕਰ ਰਿਹਾ। ਇੱਕ ਹੈਗਾ ਦੂਜੇ ਦੀ ਵੇਟ ਕਰ ਰਿਹਾ, ਕਿਹੜੇ ਦੀ ਵੇਟ ਕਰ ਰਿਹਾ? ਜਿਹੜਾ ਦੂਜੇ ਕਿਸੇ ਹੋਰ ਨੇ ਐਕਵਾਇਰਡ ਕੀਤਾ ਹੋਵੇ। ਤਾਂ ਇਸ ਪ੍ਰੋਸੈਸ ਨੂੰ ਆਪਾਂ ਡੈਡਲੌਕ ਬੋਲ ਦਿੰਦੇ ਹਾਂ। ਕਲੀਅਰ ਹੋਈ ਗੱਲ? ਤੇ ਡੈਡਲੌਕ ਨੂੰ ਹੈਂਡਲ ਕਰਨੀਆਂ ਬੇਸਿਕਲੀ 4 ਅਪਰੋਚਸ ਨੇ। ਇਹਦੇ ਚੋਂ ਕੁਐਸਚਨ ਉਹਨੇ ਪੁੱਛਿਆ ਸੀ ਪਿਛਲੀ ਵੀਡੀਓ ਦੇ ਵਿੱਚ, ਆਪਾਂ ਗੱਲਬਾਤ ਕਰਨੀ ਰਹਿ ਗਈ ਸੀ। ਪਿਛਲੇ ਕੁਐਸਚਨਾਂ ਦੇ ਵਿੱਚ ਵੀ ਆਇਆ ਸੀ ਕੁਐਸਚਨ ਇਹ। ਠੀਕ ਆ, ਉਹਦੇ 'ਚ ਮੈਂ ਕਰਾਇਆ ਸੀ ਚੰਗੀ ਤਰ੍ਹਾਂ, ਤੁਸੀਂ ਦੇਖਿਆ ਹੋਵੇ ਇਹੀ ਚੀਜ਼ ਕਰਾਈ ਸੀ, ਬਟ ਹੁਣ ਮੈਂ 1-2 ਕੁਐਸਚਨ ਵੀ ਕਰਾਊਂਗਾ ਇਹਦੇ ਵਿੱਚ। ਠੀਕ ਆ, ਜਿਵੇਂ ਡੈਡਲੌਕ ਦੀਆਂ ਅਪਰੋਚਸ ਨੇ, ਜਿਹੜੀ ਪਹਿਲੀ ਡੈਡਲੌਕ ਅਵੋਇਡੈਂਸ ਹੈ, ਡੈਡਲੌਕ ਪ੍ਰੀਵੈਂਸ਼ਨ ਹੈ, ਡੈਡਲੌਕ ਡਿਟੈਕਸ਼ਨ ਐਂਡ ਰਿਕਵਰੀ ਹੈ, ਤੇ ਡੈਡਲੌਕ ਇਗਨੋਰੈਂਸ ਹੈ। ਦੇਖੋ, ਡੈਡਲੌਕ ਇਗਨੋਰੈਂਸ ਦੇ ਵਿੱਚ ਤਾਂ ਕੀ ਹੈ ਕਿ ਸਿਸਟਮ ਨੂੰ ਅਸੀਂ ਸ਼ਟ ਡਾਊਨ ਕਰ ਦਈਏ, ਰੀਸਟਾਰਟ ਕਰ ਦਈਏ, ਪਰ ਸਾਰੇ ਜਗ੍ਹਾ ਤੇ ਸਿਸਟਮ ਅਸੀਂ ਰੀਸਟਾਰਟ ਨਹੀਂ ਕਰ ਸਕਦੇ। ਜਿਵੇਂ ਬੈਂਕਿੰਗ ਸਿਸਟਮ ਹੈ, ਬੈਂਕ ਦੀ ਕੋਈ ਟ੍ਰਾਂਜੈਕਸ਼ਨ ਵਿੱਚ ਫਸੀ, ਅਸੀਂ ਕਹਿੰਦੇ ਰੀਸਟਾਰਟ ਕਰੋ, ਰੀਸਟਾਰਟ ਹੋਣ ਤੇ ਅੱਧਾ ਘੰਟਾ ਲੱਗ ਜੇ ਤਾਂ ਕਿੰਨਾ ਲਾਸ ਹੋ ਜਾਊਗਾ। ਸਾਡਾ ਤਾਂ ਇਕੱਲਾ ਕੰਪਿਊਟਰ ਹੁੰਦਾ ਸੀ ਤਾਂ ਬੰਦ ਕਰ ਸਕਦੇ ਹਾਂ। ਤਾਂ ਫਿਰ ਬਾਕੀ ਦੀਆਂ ਸਾਨੂੰ ਅਪਰੋਚ ਲਾਉਣੀਆਂ ਪੈਣਗੀਆਂ, ਚਾਹੇ ਇਹਨਾਂ ਦੇ ਵਿੱਚ ਟਾਈਮ ਜ਼ਿਆਦਾ ਲੱਗ ਜੇ ਇਹ ਐਲਗੋਰਿਥਮ ਨੂੰ ਬਣਾਉਣ ਦੇ ਲਈ, ਪਰ ਉੱਥੇ ਟਾਈਮ ਘੱਟ ਲੱਗੂਗਾ। ਤਾਂ ਉਹਦੇ ਵਿੱਚੋਂ ਡੈਡਲੌਕ ਅਵੋਇਡੈਂਸ ਤੇ ਪ੍ਰੀਵੈਂਸ਼ਨ ਹੈ ਜਿਹੜੀਆਂ, ਇਹ ਡੈਡਲੌਕ ਅਕਰ ਹੋਣ ਤੋਂ ਪਹਿਲਾਂ ਕਰਦੀਆਂ ਨੇ, ਪ੍ਰਾਇਰ ਟੂ ਡੈਡਲੌਕ। ਡੈਡਲੌਕ ਹੋਣ ਤੋਂ ਪਹਿਲਾਂ ਹੀ ਪ੍ਰਬੰਧ ਹੀ ਐਵੇਂ ਦੇ ਕੀਤੇ ਜਾਂਦੇ ਨੇ। ਜਿਵੇਂ ਆਪਾਂ ਲੇਮੈਨ 'ਚ ਲੈ ਲਈਏ, ਟ੍ਰੈਫਿਕ ਲਾਈਟਾਂ ਕਿਉਂ ਲਾਈਆਂ ਜਾਂਦੀਆਂ ਨੇ? ਡੈਡਲੌਕ ਨੂੰ ਬਚਾਉਣ ਦੇ ਲਈ, ਕਿ ਡੈਡਲੌਕ ਨਾ ਆ ਜੇ ਬੰਦਾ ਟ੍ਰੈਫਿਕ ਲਾਈਟਾਂ ਦੇ। ਜਦੋਂ ਕਈ ਵਾਰੀ ਲਾਈਟ ਲੂਟ ਗਈ ਹੁੰਦੀ, ਆਪਾਂ ਨੂੰ ਪਤਾ ਸਾਰਾ ਵਿੱਚ ਹੀ ਕੜਮਸ ਪਿਆ ਹੁੰਦਾ, ਇਕੱਠੇ ਹੋਏ ਹੁੰਦੇ ਆ ਬੰਦੇ, ਹੈ ਨਾ। ਤਾਂ ਉਹ ਕੀ ਕਾਰਨ ਹੋ ਜਾਂਦਾ? ਉਹ ਟੈਕਨੀਕ ਫੇਲ ਹੋ ਜਾਂਦੀ ਹੈ, ਕਿਉਂਕਿ ਲਾਈਟ ਚਲੀ ਗਈ ਜਾਂ ਕੋਈ ਪਾਵਰ ਇਸ਼ੂ ਆ ਗਿਆ, ਕੋਈ ਵੀ ਹੋ ਗਿਆ। ਤਾਂ ਇਹ ਵਾਲੀਆਂ 2 ਟੈਕਨੀਕ ਨੇ ਜਿਹੜੀਆਂ, ਅਵੋਇਡੈਂਸ ਤੇ ਪ੍ਰੀਵੈਂਸ਼ਨ। ਨਾਮ 'ਚ ਹੀ ਕਲੀਅਰ ਹੈ, ਅਵੋਇਡ ਕਰਨਾ ਡੈਡਲੌਕ ਤੋਂ ਜਾਂ ਪ੍ਰੀਵੈਂਟ ਕਰਨਾ, ਇੱਕੋ ਹੀ ਗੱਲਬਾਤ ਜੀ ਹੈ। ਇਹ ਡੈਡਲੌਕ ਹੋਣ ਤੋਂ ਪਹਿਲਾਂ। ਡੈਡਲੌਕ ਡਿਟੈਕਸ਼ਨ ਦਾ ਮਤਲਬ ਹੋ ਚੁੱਕਿਆ, ਉਹਨੂੰ ਡਿਟੈਕਟ ਕਰਨਾ। ਤਾਂ ਇਹ ਹੈਗੇ ਆਫਟਰ ਦੀ ਡੈਡਲੌਕ। 2 ਕੁਐਸਚਨ ਬਹੁਤ ਸੌਖੇ, 3 ਬਣ ਗਏ। ਆਫਟਰ ਦੀ ਡੈਡਲੌਕ, ਪਹਿਲਾਂ ਤਾਂ ਡੈਡਲੌਕ ਕੀ ਹੁੰਦਾ? ਉਹ ਵਾਲੀ ਸਿਚੁਏਸ਼ਨ ਜਿੱਥੇ 2 ਪ੍ਰੋਸੈਸਿਸ ਇੱਕ ਰਿਸੋਰਸ ਨੂੰ ਹੋਲਡ ਕੀਤਾ ਤੇ ਉਹ ਵਾਲੇ ਮੰਗ ਕਰ ਰਹੀਆਂ ਜਿਹੜਾ ਦੂਜੇ ਨੇ ਹੋਲਡ ਕੀਤਾ। ਪਹਿਲਾ ਕੁਐਸਚਨ। ਦੂਜਾ ਕਿ ਘੱਟ ਤੋਂ ਘੱਟ ਕਿੰਨੀਆਂ ਪ੍ਰੋਸੈਸ ਚਾਹੀਦੀਆਂ ਡੈਡਲੌਕ ਹੋਣ ਦੇ ਲਈ? 2 ਚਾਹੀਦੀਆਂ ਨੇ। ਤੀਜਾ ਅਪਰੋਚ ਕਿਹੜੀਆਂ ਨੇ? 4 ਦੱਸਤੀਆਂ। ਤੇ ਕਿਹੜੀਆਂ ਡੈਡਲੌਕ ਆਉਣ ਤੋਂ ਪਹਿਲਾਂ ਕੰਮ ਕਰਦੀਆਂ ਨੇ? ਅਵੋਇਡੈਂਸ ਤੇ ਪ੍ਰੀਵੈਂਸ਼ਨ, ਤੇ ਹੋਣ ਤੋਂ ਬਾਅਦ ਜਿਹੜੀ ਕੰਮ ਕਰਦੀ ਹੈ ਡਿਟੈਕਸ਼ਨ ਐਂਡ ਰਿਕਵਰੀ। ਦੇਖੋ 3-4 ਕੁਐਸਚਨ ਹੋ ਗਏ ਨਾ। ਸੋ ਹੁਣ ਇਹਨੂੰ ਆਪਾਂ ਕੱਲੀ ਡਿਸਕਸ ਕਰ ਲਾਂਗੇ ਥੋੜਾ। ਇੱਕ ਐਲਗੋਰਿਥਮ ਪੁੱਛਿਆ ਜਾਂਦਾ, ਡੈਡਲੌਕ
ਅਵੋਇਡੈਂਸ ਦੇ ਵਿੱਚ ਬੈਂਕਰ ਐਲਗੋਰਿਥਮ ਵਰਤਿਆ ਜਾਂਦਾ ਹੈ ਨਾ। ਡੈਡਲੌਕ ਪ੍ਰੀਵੈਂਸ਼ਨ ਦੇ ਵਿੱਚ 4 ਕੰਡੀਸ਼ਨਾਂ ਹੁੰਦੀਆਂ ਨੇ, ਮਿਊਚੁਅਲ ਐਕਸਕਲੂਜਨ, ਹੋਲਡ ਐਂਡ ਵੇਟ, ਨੋ ਪ੍ਰੀਐਮਪਸ਼ਨ ਤੇ ਸਰਕੂਲਰ ਵੇਟ। ਇਹ ਕੰਡੀਸ਼ਨਾਂ ਜੇ ਚਾਰੋਂ ਹੁੰਦੀਆਂ ਨੇ ਤਾਂ ਡੈਡਲੌਕ ਹੋਊਗਾ, ਅਦਰਵਾਈਜ਼ ਨਹੀਂ ਹੋਊਗਾ। ਇਹਨੂੰ ਮੈਂ ਅੱਗੇ ਐਕਸਪਲੇਨ ਕਰਦਾ, ਇੱਕ ਵਾਰੀ ਜਸਟ ਪੜ੍ਹ ਲਓ ਕਿ ਪ੍ਰੀਵੈਂਸ਼ਨ ਦੇ ਵਿੱਚ ਮਿਊਚੁਅਲ ਐਕਸਕਲੂਜਨ, ਹੋਲਡ ਐਂਡ ਵੇਟ, ਨੋ ਪ੍ਰੀਐਮਪਸ਼ਨ ਤੇ ਸਰਕੂਲਰ ਵੇਟ, ਇਹਨਾਂ ਚੋਂ ਇੱਕ ਵੀ ਕੰਡੀਸ਼ਨ ਆਪਾਂ ਫੇਲ ਕਰਤੀ ਤਾਂ ਡੈਡਲੌਕ ਅਵੋਇਡ ਹੋ ਜਾਊ, ਪ੍ਰੀਵੈਂਟ ਹੋ ਜਾਊਗਾ। ਅਵੋਇਡੈਂਸ ਦੇ ਵਿੱਚ ਬੈਂਕਰ, ਠੀਕ ਹੈ, ਗੱਲ ਯਾਦ ਰੱਖਣੀ ਹੈ। ਐ ਯਾਦ ਰੱਖ ਲਿਓ, ਅਵੋਇਡੈਂਸ ਦੇ ਵਿੱਚ ਏ ਹੈ ਤੇ ਉਸ ਤੋਂ ਬਾਅਦ ਬੈਂਕਰ ਬੀ, ਏ ਬੀ ਵਾਲੇ, ਇਹਦੇ ਵਿੱਚ ਤਾਂ ਪੀ ਹੈ, ਕਿਸੇ 'ਚ ਏ ਨਹੀਂ, ਏ ਤੋਂ ਬਾਅਦ ਬੀ ਆਉਂਦਾ ਹੁੰਦਾ। ਅਵੋਇਡੈਂਸ ਦੇ ਵਿੱਚ ਜਿਹੜਾ ਐਲਗੋਰਿਥਮ ਵਰਤਿਆ ਜਾਂਦਾ ਹੈ ਬੈਂਕਰ ਹੈ, ਠੀਕ ਹੈ। ਸੋ ਇਹ ਤਰੀਕੇ ਹੁੰਦੇ ਨੇ ਯਾਦ ਰੱਖਣ ਦੇ। ਤੁਸੀਂ ਬਾਕੀ ਦੇ ਸਬਜੈਕਟ ਵੀ ਮੈਨੂੰ ਲੱਗਦਾ ਐਂ ਯਾਦ ਰੱਖੇ ਹੋਣਗੇ, ਜੋੜ ਤੋੜ ਕੇ ਆਪਾਂ ਯਾਦ ਰੱਖਾਂਗੇ ਤਾਂ ਚੀਜ਼ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਭੁੱਲਦੀ ਨਹੀਂ, ਹੈ ਨਾ। ਸੋ ਡੈਡਲੌਕ ਡਿਟੈਕਸ਼ਨ ਐਂਡ ਰਿਕਵਰੀ ਦੇ ਵਿੱਚ ਰਿਸੋਰਸ ਐਲੋਕੇਸ਼ਨ ਗ੍ਰਾਫ ਵਰਤਿਆ ਜਾਂਦਾ ਹੈ। ਤਾਂ ਜੇ ਪੁੱਛ ਲਏ ਕਿ ਰਿਸੋਰਸ ਐਲੋਕੇਸ਼ਨ ਗ੍ਰਾਫ ਕਿਹਦੇ ਵਿੱਚ ਹੈ, ਡੈਡਲੌਕ ਡਿਟੈਕਸ਼ਨ ਦੇ ਵਿੱਚ। ਤਾਂ ਆਪਾਂ ਦੇਖਦੇ ਹਾਂ ਪਹਿਲਾਂ ਡੈਡਲੌਕ ਅਵੋਇਡੈਂਸ ਬੈਂਕਰ ਐਲਗੋਰਿਥਮ। ਬੈਂਕਰ ਐਲਗੋਰਿਥਮ ਕੀ ਕਰਦਾ, ਇੱਕ ਸੇਫ ਸੀਕੁਐਂਸ ਬਣਾਉਂਦਾ, ਜਿਵੇਂ ਕਿ ਪਹਿਲਾਂ ਆਪਾਂ ਪਹਿਲੀ ਪ੍ਰੋਸੈਸ ਨੂੰ ਚਲਾ ਦਈਏ, ਫਿਰ ਦੂਜੀ ਨੂੰ ਚਲਾਈਏ, ਫਿਰ ਤੀਜੀ ਨੂੰ ਚਲਾਈਏ ਤੇ ਫਿਰ ਚੌਥੀ ਨੂੰ। 4 ਪ੍ਰੋਸੈਸਿਸ ਹੈ। ਜੇ ਇਸ ਕੰਡੀਸ਼ਨ ਦੇ ਵਿੱਚ ਡੈਡਲੌਕ ਆ ਰਿਹਾ ਤਾਂ ਆਪਾਂ ਕਿਉਂ ਨਾ ਐਂ ਚਲਾ ਦਈਏ, ਪਹਿਲਾਂ P3 ਚਲਾਤਾ, ਫਿਰ P2 ਚਲਾਤਾ, ਫਿਰ P1 ਚਲਾਤਾ, ਫਿਰ P4 ਚਲਾਤਾ, ਇੱਕ ਸੀਕੁਐਂਸ ਬਣ ਗਈ ਨਾ। ਇਸ ਸੀਕੁਐਂਸ ਦੇ ਵਿੱਚ ਡੈਡਲੌਕ ਨਹੀਂ ਆ ਰਿਹਾ, ਡੈਡਲੌਕ ਫ੍ਰੀ ਹੈ, ਡੈਡਲੌਕ ਫ੍ਰੀ, ਤਾਂ ਇਹਨੂੰ ਆਪਾਂ ਬੋਲ ਦਾਂਗੇ ਸੇਫ ਸਟੇਟ ਜਾਂ ਸੇਫ ਸੀਕੁਐਂਸ, ਠੀਕ ਹੈ। ਤਾਂ ਇਹੀ ਦੱਸਿਆ ਆਪਾਂ ਕਿ ਜੇਕਰ ਸਿਸਟਮ ਸੇਫ ਸਟੇਟ ਦੇ ਵਿੱਚ ਆ ਤਾਂ ਗਰੰਟੀ ਹੈ ਕਿ ਉੱਥੇ ਡੈਡਲੌਕ ਨਹੀਂ ਆਊਗਾ, ਤੇ ਜੇ ਸਿਸਟਮ ਅਨਸੇਫ ਸਟੇਟ ਦੇ ਵਿੱਚ ਆ ਤਾਂ ਉੱਥੇ ਪੋਰਸ਼ਨ ਦੇ ਵਿੱਚ ਡੈਡਲੌਕ ਹੋ ਸਕਦਾ। ਦੇਖੋ ਇੱਥੋਂ 2 ਕੁਐਸਚਨ ਬੜੇ ਵਧੀਆ ਬਣਦੇ ਨੇ ਕਿ ਜੇ ਉਹ ਪੁੱਛ ਲਏ ਜੇਕਰ ਸਿਸਟਮ ਕਹਿੰਦਾ ਸੇਫ ਸਟੇਟ ਦੇ ਵਿੱਚ ਹੈ ਦੈਨ ਗਰੰਟੀ ਹੈ ਵੀ ਡੈਡਲੌਕ ਨਹੀਂ ਹੋਊਗਾ। ਹਾਂ, ਇਸ ਗੱਲ ਦੀ ਗਰੰਟੀ ਹੈ। ਆਲ ਸੇਫ ਸਟੇਟਸ ਆਰ ਡੈਡਲੌਕ ਫ੍ਰੀ, ਇਹ ਤਾਂ ਆਪਾਂ ਗੱਲ ਲਿਖ ਸਕਦੇ ਹਾਂ, ਆਲ ਸੇਫ ਸਟੇਟਸ ਆਰ ਡੈਡਲੌਕ ਫ੍ਰੀ। ਤੇ ਅਨਸੇਫ ਸਟੇਟ ਦੇ ਵਿੱਚ ਡੈਡਲੌਕ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਤਾਂ ਅਸੀਂ ਕਹਿ ਨਹੀਂ ਸਕਦੇ। ਤਾਂ ਆਪਾਂ ਇਹ ਬੋਲ ਸਕਦੇ ਹਾਂ ਆਲ ਅਨਸੇਫ ਸਟੇਟਸ ਆਰ ਨੋਟ ਡੈਡਲੌਕ ਸਟੇਟ। ਜਿੰਨੀਆਂ ਵੀ ਸਾਰੀਆਂ ਅਨਸੇਫ ਸਟੇਟ ਨੇ ਜ਼ਰੂਰੀ ਨਹੀਂ ਉਹ ਡੈਡਲੌਕ ਸਟੇਟ ਹੋਣਗੀਆਂ, ਠੀਕ ਆ। ਤਾਂ ਜੇ ਡੈਡਲੌਕ ਹੈਗਾ ਤਾਂ ਉੱਥੇ ਗਰੰਟੀ ਹੈ ਵੀ ਅਨਸੇਫ ਹੋਊਗੀ। ਕੋਈ ਐਵੇਂ ਦੀ ਅਨਸੇਫ ਸਟੇਟ ਹੋ ਸਕਦੀ ਹੈ ਇੱਥੇ, ਜਿਵੇਂ ਕਹਤੋ P2, P4, P1 ਤੇ P2 ਅਨਸੇਫ ਸਟੇਟ ਹੈਗੀ ਹੈ। ਇਹ ਡੈਡਲੌਕ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਜ਼ਰੂਰੀ ਨਹੀਂ ਵੀ ਹੋਊਗਾ ਹੀ ਹੋਊਗਾ। ਤੇ ਬਟ ਜੇ ਕੋਈ ਡੈਡਲੌਕ ਹੈਗਾ ਤਾਂ ਉਹ ਅਨਸੇਫ ਸਟੇਟ ਹੋਊਗੀ। ਦੁਬਾਰੇ ਦੱਸ ਦੇਣਾ, ਭੁੱਲਣਾ ਨਹੀਂ, ਆਲ ਸੇਫ ਸਟੇਟਸ ਆਰ ਡੈਡਲੌਕ ਫ੍ਰੀ ਬਟ ਆਲ ਅਨਸੇਫ ਸਟੇਟਸ ਆਰ ਨੋਟ ਡੈਡਲੌਕ ਫ੍ਰੀ, ਜਾਂ ਕਹਿ ਸਕਦੇ ਹਾਂ ਆਲ ਅਨਸੇਫ ਸਟੇਟਸ ਆਰ ਨੋਟ ਡੈਡਲੌਕ। ਕਲੀਅਰ ਹੋਈ ਗੱਲ। ਤਾਂ ਇਹਦੇ ਵਿੱਚ ਆਪਾਂ ਬੈਂਕਰ ਐਲਗੋਰਿਥਮ ਦੇ ਵਿੱਚ ਕੀ ਬਣਾਉਂਦੇ ਆ, ਸੇਫ ਤੇ ਅਨਸੇਫ ਸਟੇਟ। ਅਨਸੇਫ ਤਾਂ ਹੁੰਦੀ ਹੈ, ਉਹਨੂੰ ਹੀ ਆਪਾਂ ਸੇਫ ਸਟੇਟ ਬਣਾ ਲੈਂਦੇ ਹਾਂ ਸੇਫ ਸੀਕੁਐਂਸ ਵਰਤ ਕੇ। ਅਗਲਾ ਸੀਗਾ ਆਪਣੇ ਕੋਲੇ ਡੈਡਲੌਕ ਪ੍ਰੀਵੈਂਸ਼ਨ। ਪ੍ਰੀਵੈਂਸ਼ਨ ਦੇ ਵਿੱਚ 4 ਚੀਜ਼ਾਂ ਹੁੰਦੀਆਂ ਨੇ, ਮਿਊਚੁਅਲ ਐਕਸਕਲੂਜਨ, ਹੋਲਡ ਐਂਡ ਵੇਟ, ਨੋ ਪ੍ਰੀਐਮਪਸ਼ਨ ਤੇ ਸਰਕੂਲਰ ਵੇਟ। ਡੈਡਲੌਕ ਨੂੰ ਹੋਣ ਦੇ ਲਈ ਇਹ ਸਾਰੀਆਂ ਕੰਪਲਸਰੀ ਨੇ, ਆਲ ਆਰ ਕੰਪਲਸਰੀ ਫॉर ਡੈਡਲੌਕ। ਡੈਡਲੌਕ ਅਕਰ ਕਰਨ ਦੇ ਲਈ ਇਹ 4 ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਨੇ। ਮਿਊਚੁਅਲ ਐਕਸਕਲੂਜਨ ਕੀ ਆ ਕਿ ਰਿਸੋਰਸ ਹੈ ਇੱਕ, ਮੰਨ ਲਓ ਪ੍ਰਿੰਟਰ ਹੈ, ਇਹ ਪ੍ਰਿੰਟਰ ਦਾ ਇੱਕੋ ਹੀ ਇੰਸਟਾਂਸ ਹੈ, ਇੱਕੋ ਹੀ ਬੰਦਾ ਵਰਤ ਸਕਦਾ, ਇਹ ਹੁੰਦਾ ਮਿਊਚੁਅਲ ਐਕਸਕਲੂਜਨ। ਤਾਂ ਆਪਾਂ ਇਹਨੂੰ ਤੋੜਾਂਗੇ, ਆਪਾਂ ਚਾਹਾਂਗੇ ਯਾਰ ਪ੍ਰਿੰਟਰ ਦੇ 2 ਇੰਸਟਾਂਸ ਬਣਾਈਏ, ਪ੍ਰਿੰਟਰ ਨੂੰ 2 ਬੰਦੇ ਵਰਤ ਲੈਣ। ਇਹ ਪ੍ਰਿੰਟਰ ਉਹੀ ਹੈ, ਇਹਦੇ 2 ਇੰਸਟਾਂਸ ਹੈ, ਪਹਿਲਾ ਇੰਸਟਾਂਸ ਤੇ ਦੂਜਾ। ਜੇ ਅਸੀਂ ਮਿਊਚੁਅਲ ਐਕਸਕਲੂਜਨ ਕੰਡੀਸ਼ਨ ਤੋੜਤੀ ਤਾਂ ਇਹਦੇ 1 ਤੋਂ ਜ਼ਿਆਦਾ ਬੰਦੇ ਨੂੰ ਵਰਤ ਸਕਦੇ ਆ, ਤਾਂ ਉਹ ਕੀ ਹੋ ਗਿਆ, ਉਹਦੀ ਮਿਊਚੁਅਲ ਐਕਸਕਲੂਜਨ ਟੁੱਟ ਗਈ। ਮਿਊਚੁਅਲ ਐਕਸਕਲੂਜਨ ਦਾ ਮਤਲਬ ਇੱਕੋ ਰਿਸੋਰਸ ਨੂੰ ਇੱਕੋ ਹੀ ਬੰਦਾ ਵਰਤ ਸਕਦਾ। ਹੋਲਡ ਐਂਡ ਵੇਟ, ਤਾਂ ਹੁਣ ਇੱਕ ਪ੍ਰੋਸੈਸ P1 ਹੈ, ਇੱਕ ਉਹਨੇ R1 ਤਾਂ ਹੋਲਡ ਕੀਤਾ ਹੋਇਆ ਰਿਸੋਰਸ R1 ਤੇ ਵੇਟ ਕਰ ਰਿਹਾ ਉਹ ਕਿਸੇ R2 ਦੀ। ਸੋ ਇਹ ਕੰਡੀਸ਼ਨ ਵੀ ਗਲਤ ਹੈ ਵੀ ਇੱਕ ਤਾਂ ਹੋਲਡ ਕਰੀ ਬੈਠਾ, ਦੂਜਾ ਵੇਟ ਕਰ ਰਿਹਾ ਕਿਸੇ ਦੀ, ਜਿਹੜਾ ਕਿਸੇ ਨੇ ਹੋਰ ਹੋਲਡ ਕੀਤਾ। ਤਾਂ ਇਹ ਕੰਡੀਸ਼ਨ ਨੂੰ ਜੇਕਰ ਆਪਾਂ ਤੋੜ ਗਏ ਤਾਂ ਵੀ ਡੈਡਲੌਕ ਫ੍ਰੀ ਹੋ ਜਾਊਗਾ। ਨੋ ਪ੍ਰੀਐਮਪਸ਼ਨ ਇਸੇ ਚੋਂ ਹੀ ਹੈ ਵੀ ਜਿਹੜਾ ਹੁਣ R1 ਹੈ, ਇਹ ਰਿਸੋਰਸ ਕਹਿੰਦਾ ਵੀ ਜੇ ਮੈਂ ਕਿਸੇ ਨੂੰ ਅਸਾਈਨ ਹੋ ਗਿਆ ਤਾਂ ਮੈਂ ਉਹਦੇ ਨਾਲ ਹੀ ਰਹੂੰਗਾ, ਮੈਂ ਟੁੱਟਦਾ ਨਹੀਂ। ਤਾਂ ਆਪਾਂ ਤਾਂ ਇਹੀ ਹੈ ਵੀ ਪ੍ਰੀਐਮਪਸ਼ਨ ਹੋ ਜੇ ਇਹ ਪ੍ਰੋਸੈਸ ਅੱਗੇ ਨਹੀਂ ਵੱਧ ਰਹੀ ਤੇ ਤਾਂ ਫੋਰਸਫੁਲੀ ਆਪਾਂ R1 ਖੋ ਕੇ ਕਿਸੇ ਹੋਰ ਨੂੰ ਦੇ ਦਈਏ, ਤਾਂ ਇਹ ਹੋਊਗੀ ਪ੍ਰੀਐਮਪਸ਼ਨ। ਨੋ ਪ੍ਰੀਐਮਪਸ਼ਨ ਕਹਿੰਦਾ ਕਿ ਅਸੀਂ ਨਹੀਂ ਟੁੱਟਣ ਦੇਣਾ, ਤਾਂ ਨੋ ਪ੍ਰੀਐਮਪਸ਼ਨ ਸਾਡੇ ਲਈ ਖਤਰਨਾਕ ਹੈ, ਡੈਡਲੌਕ ਆਊਗਾ ਹੀ ਆਊਗਾ, ਇਹਨੂੰ ਤੋੜਨਾ। ਸਰਕੂਲਰ ਵੇਟ ਹੈ, ਜਿਵੇਂ P1 ਪ੍ਰੋਸੈਸ, P1 P2 ਤੇ P3, P1 P2 ਦੀ ਵੇਟ ਕਰ ਰਹੀ ਹੈ, ਜਿਹੜਾ ਰਿਸੋਰਸ P2 ਨੇ ਹੈਲਡ ਕੀਤਾ P2 ਵੇਟ ਕਰ ਰਿਹਾ P3 ਦੀ,
P3 ਵੇਟ ਕਰ ਰਿਹਾ P1 ਦੀ, ਸਰਕੂਲਰ ਵੇਟ ਹੈ, ਇਹਦੇ ਕਰਕੇ ਵੀ ਡੈਡਲੌਕ ਹੋਊਗਾ। ਤਾਂ ਆਪਾਂ ਮੇਨ ਕੁਐਸਚਨ ਕੀ ਯਾਦ ਰੱਖਣਾ, ਡੈਡਲੌਕ ਹੋਣ ਦੇ ਲਈ ਚਾਰੋਂ ਕੰਡੀਸ਼ਨ ਚਾਹੀਦੀਆਂ ਨੇ। ਜੇ ਇਹ ਚਾਰੋਂ ਕੰਡੀਸ਼ਨ ਹੋ ਗਈਆਂ ਤਾਂ ਡੈਡਲੌਕ ਹੋਊਗਾ। ਪਹਿਲੀ ਗੱਲ ਤਾਂ ਇਹ ਪੁੱਛ ਸਕਦਾ ਹੈ ਕਿ ਡੈਡਲੌਕ ਪ੍ਰੀਵੈਂਸ਼ਨ ਦੇ ਵਿੱਚ ਕਿਹੜੇ ਕਿਹੜੇ ਚਾਰ ਕੰਡੀਸ਼ਨਾਂ ਨੇ, ਮਿਊਚੁਅਲ ਐਕਸਕਲੂਜਨ, ਹੋਲਡ ਐਂਡ ਵੇਟ ਐਂਡ ਨੋਡ ਪ੍ਰੀਐਮਪਸ਼ਨ ਤੇ ਸਰਕੂਲਰ ਵੇਟ। ਠੀਕ ਆ, ਤੇ ਡੈਡਲੌਕ ਹੋਣ ਦੇ ਲਈ ਕੀ ਚਾਰੋਂ ਚਾਹੀਦੀਆਂ ਨੇ ਕਿ ਦੋ ਕਿ ਇੱਕ, ਚਾਰੋਂ ਚਾਹੀਦੀਆਂ ਨੇ। ਤੇ ਡੈਡਲੌਕ ਨੂੰ ਫ੍ਰੀ ਕਰਨ ਦੇ, ਡੈਡਲੌਕ ਸਿਸਟਮ ਨੂੰ ਡੈਡਲੌਕ ਫ੍ਰੀ ਕਰਨ ਦੇ ਲਈ ਕਿਸੇ ਇੱਕ ਵੀ ਕੰਡੀਸ਼ਨ ਨੂੰ ਆਪਾਂ ਬ੍ਰੇਕ ਕਰ ਦਾਂਗੇ ਤਾਂ ਸਿਸਟਮ ਕੀ ਹੋ ਜਾਊਗਾ, ਡੈਡਲੌਕ ਫ੍ਰੀ ਹੋ ਜਾਊਗਾ। ਕਿਉਂ? ਕਿਉਂਕਿ ਹੋਣ ਲਈ ਚਾਰੇ ਚਾਹੀਦੀਆਂ ਨੇ, ਇੱਕ ਵੀ ਟੁੱਟ ਗਈ, ਕੜੀ ਟੁੱਟ ਗਈ ਤਾਂ ਗੱਲ ਨਹੀਂ ਬਣਨੀ ਫਿਰ, ਹੈ ਨਾ। ਡੈਡਲੌਕ ਕੈਨ ਬੀ ਪ੍ਰੀਵੈਂਟਡ ਬਾਈ ਐਲੀਮੀਨੇਟਿੰਗ ਐਨੀ ਆਫ ਦੀ 4 ਨੈਸੈਸਰੀ ਕੰਡੀਸ਼ਨ। ਤਾਂ ਇਹ ਪਿੱਛੇ ਵਾਲੀਆਂ ਇਹ 4 ਨੈਸੈਸਰੀ ਕੰਡੀਸ਼ਨਾਂ ਨੇ ਡੈਡਲੌਕ ਦੀਆਂ। ਮਿਊਚੁਅਲ ਐਕਸਕਲੂਜਨ ਦੱਸ ਚੁੱਕੇ ਹਾਂ, ਓਨਲੀ ਵਨ ਪ੍ਰੋਸੈਸ ਕੈਨ ਯੂਜ਼ ਸੋਰਸ ਐਟ ਏ ਟਾਈਮ, ਹੋਲਡ ਐਂਡ ਵੇਟ, ਹੋਲਡ ਕਰ ਇੱਕ ਹੋਲਡ ਕੀਤਾ ਵੇਟ ਕਰ ਰਿਹਾ, ਨੋ ਪ੍ਰੀਐਮਪਸ਼ਨ, ਪ੍ਰੋਸੈਸ ਕੈਨ ਨਾਟ ਯੂਜ਼ ਦਾ ਰਿਸੋਰਸ ਅੰਟਿਲ ਰਿਲੀਜ਼ ਬਾਈ ਅਦਰ ਪ੍ਰੋਸੈਸ। ਕਹਿੰਦਾ ਪ੍ਰੋਸੈਸ ਉਨਾ ਚਿਰ ਉਸ ਨੂੰ ਵਰਤ ਨਹੀਂ ਸਕਦਾ ਜਿੰਨਾ ਚਿਰ ਰਿਲੀਜ਼ ਨਹੀਂ ਕਰਦਾ, ਨੋ ਪ੍ਰੀਐਮਪਸ਼ਨ ਹੈ। ਤੇ ਸਰਕੂਲਰ ਵੇਟ ਦੇ ਵਿੱਚ ਇੱਕ ਦੂਜੇ ਦੀ ਘੁੰਮ ਕੇ ਵੇਟ ਕਰ ਰਹੇ ਹੁੰਦੇ ਨੇ। ਠੀਕ ਆ, ਸੋ ਇਹ ਹੈਗਾ ਹੋਲਡ ਐਂਡ ਵੇਟ। ਆ ਇਹਨੇ ਕੀ ਕੀਤਾ ਹੋਇਆ, ਹੋਲਡ, ਦੂਜੇ ਦੀ ਕੀ ਕਰ ਰਿਹਾ, ਵੇਟ। ਤੇ ਇਹ ਹੈਗਾ ਸਰਕੂਲਰ ਵੇਟ, P1 P2 ਦੀ, P3 P4 ਦੀ, P4 P1 ਦੀ ਵੇਟ ਕਰ ਰਿਹਾ। ਠੀਕ ਆ, ਸੋ ਇਹ ਹੈਗਾ ਸਰਕੂਲਰ ਵੇਟ। ਤੇ ਜੇ ਅਸੀਂ ਇੱਕ ਕੰਡੀਸ਼ਨ ਤੋੜਤੀ, ਮੰਨ ਲਓ ਇੱਥੇ ਸੀਗਾ ਮਿਊਚੁਅਲ ਐਕਸਕਲੂਜਨ, ਇਹਦਾ ਇੱਕੋ ਇੰਸਟਾਂਸ ਸੀ, ਆਪਾਂ ਇੰਸਟਾਂਸ ਵਧਾਤੇ, ਡੈਡਲੌਕ ਖਤਮ ਹੋ ਗਿਆ। ਕਿਉਂ? ਕਿਉਂਕਿ ਇਹਦੇ ਵਿੱਚ ਸਰਕੂਲਰ ਵੇਟ ਤਾਂ ਹੈਗੀ ਹੈ ਪਰ ਨੰਬਰ ਆਫ ਇੰਸਟਾਂਸ ਜ਼ਿਆਦਾ ਹੈ। ਆ ਇਹਦੀ ਰਿਕੁਐਸਟ ਕਰ ਰਿਹਾ, ਇਹਨੂੰ ਮਿਲ ਜੂਗਾ। ਤੇ ਇੱਕ ਇਹਨੇ ਹੋਲਡ ਕੀਤਾ ਹੋਇਆ, ਇੱਕ ਹਜੇ ਫੇਰ ਵੀ ਪਿਆ, ਰਿਸੋਰਸ ਵੱਧ ਗਏ ਤਾਂ ਸਰਕੂਲਰ ਵੇਟ ਖਤਮ ਹੋ ਗਈ। ਕਲੀਅਰ? ਸੋ ਇਸ ਤਰ੍ਹਾਂ ਆਪਾਂ ਡੈਡਲੌਕ ਨੂੰ ਰੋਕ ਸਕਦੇ ਹਾਂ। ਆ ਦੇਖੋ ਸਿੰਗਲ ਇੰਸਟਾਂਸ ਦੇ ਨਾਲ ਪ੍ਰੋਬਲਮ ਹੈ ਤੇ ਇਹ ਵੀ ਸਿੰਗਲ ਇੰਸਟਾਂਸ ਹੈ, ਇੱਥੇ ਆਪਾਂ ਕੀ ਕਰ ਰਹੇ ਹਾਂ, ਵਿਦਾਊਟ ਡੈਡਲੌਕ ਹੈ। ਇਹ ਸਰਕੂਲਰ ਵੇਟ ਹੈਗਾ। ਤੇ ਜੇ ਆਪਾਂ ਗੱਲ ਕਰੀਏ ਰਿਸੋਰਸ ਐਲੋਕੇਸ਼ਨ ਗ੍ਰਾਫ ਦੀ, ਅਗਲੀ 'ਚ ਗੱਲ ਕਰਾਂਗੇ। ਰਿਸੋਰਸ ਐਲੋਕੇਸ਼ਨ ਗ੍ਰਾਫ ਹੈ, ਇੱਕ ਤੋਂ ਜ਼ਿਆਦਾ ਇੰਸਟਾਂਸ ਵਧਾਤੇ ਤਾਂ ਉੱਥੇ ਡੈਡਲੌਕ ਖਤਮ ਹੋ ਜਾਊਗਾ। ਤੇ ਤੀਸਰਾ ਹੈਗਾ ਡੈਡਲੌਕ ਡਿਟੈਕਸ਼ਨ ਐਂਡ ਰਿਕਵਰੀ। ਡਿਟੈਕਸ਼ਨ ਐਂਡ ਰਿਕਵਰੀ ਦੇ ਵਿੱਚ ਆਪਾਂ ਰਿਸੋਰਸ ਐਲੋਕੇਸ਼ਨ ਗ੍ਰਾਫ ਵਰਤਦੇ ਹਾਂ, ਹੈ ਨਾ। ਆਹ ਰਿਸੋਰਸ ਐਲੋਕੇਸ਼ਨ ਗ੍ਰਾਫ ਹੁੰਦਾ, ਇੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ P1 ਹੈ ਜਿਹੜਾ R1 ਦੀ ਵੇਟ ਕਰ ਰਿਹਾ, R2 ਹੈ, R1 ਹੈ ਜਿਹੜਾ ਇਹਨੂੰ ਮਿਲਿਆ ਹੋਇਆ, R2 P2 ਨੂੰ ਮਿਲਿਆ ਹੋਇਆ। ਇਹਦੇ ਦੋ ਇੰਸਟਾਂਸ ਨੇ, ਇੱਕ ਇਹਨੂੰ ਮਿਲ ਗਿਆ, ਇੱਕ ਇਹਨੂੰ ਮਿਲ ਗਿਆ। P2 ਹੈ ਜਿਹੜਾ ਵੇਟ ਕਰ ਰਿਹਾ R3 ਦੀ, ਜਿਹੜਾ ਐਲੋਕੇਟ ਹੈ P3 ਨੂੰ। ਤਾਂ ਇੱਥੇ ਡੈਡਲੌਕ ਨਹੀਂ ਹੈ। ਕਿਉਂ? ਕਿਉਂਕਿ P3 ਨੂੰ ਤਾਂ ਸਿਰਫ ਇੱਕੋ ਹੀ ਚਾਹੀਦਾ ਸੀ, R3, ਇਹਨੇ ਆਪਣਾ ਕੰਮ ਕਰਨਾ, ਇਹਨੇ ਛੱਡ ਦੇਣਾ। ਤਾਂ R3 ਮਿਲ ਜੂਗਾ P2 ਨੂੰ। P2 ਨੂੰ ਆਲਰੇਡੀ R1 ਤੇ R2 ਮਿਲਿਆ ਹੋਇਆ, ਜਦੋਂ ਹੀ R3 ਮਿਲ ਗਿਆ ਇਹਨੇ ਆਪਦਾ ਕੰਮ ਖਤਮ ਕਰ ਦੇਣਾ। ਇਹਨੇ ਕੰਮ ਖਤਮ ਕੀਤਾ, ਇਹਨੇ ਆਹ ਵਾਲਾ ਛੱਡ ਦੇਣਾ R1। ਤਾਂ R1 P1 ਨੂੰ ਚਾਹੀਦਾ, P1 ਦੇ ਕੋਲੇ ਪਹਿਲਾਂ ਹੀ R2 ਪਿਆ, ਤਾਂ ਇਹ ਵੀ ਪ੍ਰੋਸੈਸ ਆਪਦੀ ਕੰਪਲੀਟ ਹੋ ਜੂਗੀ। ਤਾਂ ਆਹ ਐਰੋ ਵਗੈਰਾ ਲਾਉਣੇ, ਇਸ ਨੂੰ ਅਸੀਂ ਰਿਸੋਰਸ ਐਲੋਕੇਸ਼ਨ ਗ੍ਰਾਫ ਬੋਲ ਦਿੰਦੇ ਹਾਂ। ਹੋਰ ਗੱਲ ਦੱਸਦਾ ਤੁਹਾਨੂੰ, ਰਿਸੋਰਸ ਐਲੋਕੇਸ਼ਨ ਗ੍ਰਾਫ ਦੇ ਵਿੱਚ ਜੇਕਰ ਸਾਈਕਲ ਬਣਦਾ, ਜੇਕਰ ਐਂ ਕਰਕੇ ਸਾਈਕਲ ਬਣਦਾ ਤਾਂ ਉੱਥੇ ਕੀ ਹੋਊਗਾ, ਡੈਡਲੌਕ ਹੋਊਗਾ। ਕੰਡੀਸ਼ਨ ਕੀ ਹੈ ਕਿ ਰਿਸੋਰਸ ਹੈ ਜਿਹੜੇ ਉਹ ਮਲਟੀ ਰਿਸੋਰਸ ਨਹੀਂ ਹੋਣੇ ਚਾਹੀਦੇ। ਸਿੰਗਲ ਰਿਸੋਰਸ ਹੈ ਤੇ ਸਾਈਕਲ ਹੈ ਤਾਂ ਉੱਥੇ ਕੀ ਹੋਊਗਾ, ਡੈਡਲੌਕ ਹੋਊਗਾ। ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ, ਰਿਸੋਰਸ ਐਲੋਕੇਸ਼ਨ ਗ੍ਰਾਫ ਦੇ ਵਿੱਚ ਜੇਕਰ ਸਾਈਕਲ ਹੈ ਤਾਂ ਉੱਥੇ ਡੈਡਲੌਕ ਹੋਊਗਾ। ਠੀਕ ਹੈ ਜੀ। ਫਿਰ ਇਗਨੋਰੈਂਸ ਹੈ ਤਾਂ ਆਪਾਂ ਨੂੰ ਪਤਾ ਹੀ ਹੈ, ਰੀਸਟਾਰਟ ਕਰ ਦਿਓ, ਇਹ ਤਾਂ ਆਪਾਂ ਵਰਤਣਾ ਨਹੀਂ। ਹੁਣ ਆਪਾਂ ਕੁਝ ਕੁਐਸਚਨ ਕਰਦੇ ਹਾਂ। ਇਹ ਦੋ ਵੈਬਸਾਈਟਾਂ ਨੇ ਜਿੱਥੋਂ ਮੈਂ ਕੁਐਸਚਨ ਲਏ ਨੇ, ਟਿਊਟੋਰੀਅਲਸ ਲਿੰਕ ਤੇ ਸੈਨ ਫਾਊਂਡਰੀ। ਪਹਿਲਾ ਕੁਐਸਚਨ ਹੈ ਜਿਵੇਂ, ਵਿਚ ਆਫ ਦੀ ਫੋਲੋਇੰਗ ਕੰਡੀਸ਼ਨ ਇਜ਼ ਰਿਕੁਆਇਰਡ ਫॉर ਏ ਡੈਡਲੌਕ ਟੂ ਬੀ ਪੋਸੀਬਲ। ਕਹਿੰਦਾ ਡੈਡਲੌਕ ਹੋਣ ਦੇ ਲਈ ਕਿਹੜੀਆਂ ਕੰਡੀਸ਼ਨਾਂ ਚਾਹੀਦੀਆਂ ਨੇ? ਮਿਊਚੁਅਲ ਐਕਸਕਲੂਜਨ, ਹੋਲਡ ਐਂਡ ਵੇਟ ਆ ਗਿਆ, ਹੋਲਡ ਐਲੋਕੇਟ ਰਿਸੋਰਸ ਵਾਈਲ ਅਵੇਟਿੰਗ, ਹਾਂ ਹੋਲਡ ਐਂਡ ਵੇਟ, ਨੋ ਰਿਸੋਰਸ ਕੈਨ ਬੀ ਫੋਰਸਫੁਲੀ, ਨੋ ਪ੍ਰੀਐਮਪਸ਼ਨ ਆ ਗਿਆ, ਹੈ ਨਾ। ਤੇ ਚੌਥੀ ਸਰਕੂਲਰ ਵੇਟ ਨਹੀਂ ਦਿੱਤੀ ਹੋਈ। ਚੱਲ ਇਹਨਾਂ ਆਪਸ਼ਨਾਂ 'ਚੋਂ ਪੁੱਛੂਗਾ ਤਾਂ ਆਪਾਂ ਡੀ ਲਾ ਦਾਂਗੇ, ਤਿੰਨੋਂ ਹੀ ਕੰਡੀਸ਼ਨਾਂ ਨੇ। ਇਹ ਸਿਸਟਮ ਇਜ਼ ਇਨ ਸੇਫ ਸਟੇਟ ਇਫ, ਕਹਿੰਦਾ ਸਿਸਟਮ ਸੇਫ ਸਟੇਟ 'ਚ ਕਦੋਂ ਹੋਊਗਾ? The system can allocate resources to each process in some order and still avoid a deadlock। ਸੇਫ ਸਟੇਟ 'ਚ ਸਿਸਟਮ ਕਦੋਂ ਹੋਊਗਾ? ਜਦੋਂ ਉਹਦੇ ਕੋਲੇ ਜਿੰਨੇ ਵੀ ਰਿਸੋਰਸ ਪਏ ਨੇ R1 R2 ਕਰਕੇ, ਉਹਨੂੰ ਕਿਸੇ ਸੀਕੁਐਂਸ ਦੇ ਵਿੱਚ ਆਪਾਂ ਐਲੋਕੇਟ ਕਰ ਦਈਏ ਤੇ ਡੈਡਲੌਕ ਤੋਂ ਬਚ ਜਾਈਏ। ਜਿਵੇਂ ਆਪਾਂ ਕਾਰਾਂ ਟ੍ਰੈਫਿਕ ਕਿਵੇਂ ਖੋਲ੍ਹਦੇ ਹਾਂ, ਕਿਸੇ ਸੀਕੁਐਂਸ ਦੇ ਵਿੱਚ ਬੰਦੇ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ ਆਪਾਂ, ਸੇਫ ਸਟੇਟ ਬਣ ਜਾਂਦੀ ਹੈ, ਉੱਥੇ ਡੈਡਲੌਕ ਤੋਂ ਅਵੋਇਡ ਹੋ ਜਾਂਦਾ। ਇਹ ਆਨਸਰ ਹੈ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਡੈਡਲੌਕ ਅਵੋਇਡੈਂਸ ਐਲਗੋਰਿਥਮ। ਏ ਤੋਂ ਬਾਅਦ ਬੀ ਲਾਉਣਾ ਸੀ ਆਪਾਂ, ਹੈ ਨਾ। ਏ ਵੀ ਬੈਂਕਰ ਐਲਗੋਰਿਥਮ, ਤਾਂ ਆਨਸਰ ਹੋ ਗਿਆ ਏ। ਕਲੀਅਰ ਹੋਈ ਗੱਲ? ਸੋ ਠੀਕ ਆ। ਅਗਲਾ, ਇਫ ਦਾ ਵੇਟ ਫॉर ਏ ਗ੍ਰਾਫ ਕੰਟੇਨ ਏ ਸਾਈਕਲ। ਆ ਵੀ ਮੈਂ ਤੁਹਾਨੂੰ ਦੱਸਿਆ ਸੀ, ਵੇਟ ਫॉर ਏ ਗ੍ਰਾਫ 'ਚ ਸਾਈਕਲ ਆ ਗਿਆ ਤਾਂ ਡੈਡਲੌਕ ਆ ਸਕਦਾ, ਹਾਂ, ਦੈਨ ਡੈਡਲੌਕ ਐਗਜ਼ਿਸਟ। ਕਲੀਅਰ ਹੋਈ ਗੱਲ? ਅਗਲਾ ਵਧੀਆ ਕੁਐਸਚਨ ਹੈ, ਟੂ ਇਨਸ਼ੋਰ ਦੀ ਡੈਡਲੌਕਸ ਨੈਵਰ ਅਕਰ ਦੀ ਸਿਸਟਮ ਕੈਨ ਯੂਜ਼। ਕਹਿੰਦਾ ਅਸੀਂ ਸੋਚਦੇ ਹਾਂ ਵੀ ਡੈਡਲੌਕ ਆਵੇ ਨਾ। ਡੈਡਲੌਕ ਪ੍ਰੀਵੈਂਸ਼ਨ ਹੈ, ਡੈਡਲੌਕ ਅਵੋਇਡੈਂਸ ਹੈ, ਡੈਡਲੌਕ ਡਿਟੈਕਸ਼ਨ ਐਂਡ ਰਿਕਵਰੀ ਹੈ। ਆਹ ਤਾਂ ਡੈਡਲੌਕ ਆ ਜਾਂਦਾ ਉਦੋਂ ਵਰਤੀਆਂ ਜਾਂਦੀਆਂ ਨੇ। ਅਸੀਂ ਕਹਿੰਦੇ ਹਾਂ ਵੀ ਨੈਵਰ ਅਕਰ, ਕਦੇ ਵੀ ਨਾ ਆਵੇ।
ਤਾਂ ਡੈਡਲੌਕ ਪ੍ਰੀਵੈਂਸ਼ਨ ਤੇ ਅਵੋਇਡੈਂਸ, ਪਹਿਲਾ ਤੇ ਦੂਜਾ। ਕਲੀਅਰ ਹੋਈ ਗੱਲ। ਅਗਲਾ ਕੁਐਸਚਨ, ਵਿਚ ਸੈਟ ਨੈਸੈਸਰੀ ਕੰਡੀਸ਼ਨ ਕਾਜ਼ ਡੈਡਲੌਕ ਇਨ ਦਾ ਆਪਰੇਟਿੰਗ ਸਿਸਟਮ। ਕਿਹੜੀਆਂ ਕਹਿੰਦਾ ਨੈਸੈਸਰੀ ਕੰਡੀਸ਼ਨਾਂ ਨੇ? 4 ਨੇ। ਦੇਖੋ, ਮਿਊਚੁਅਲ ਐਕਸਕਲੂਜਨ, ਬਲੌਕਿੰਗ ਤਾਂ ਹੈ ਨਹੀਂ, ਬਲੌਕਿੰਗ ਸੈਂਡ ਹੈ ਨਹੀਂ, ਮਿਊਚੁਅਲ ਐਕਸਕਲੂਜਨ ਰੇਸ ਕੰਡੀਸ਼ਨ ਹੈ ਨਹੀਂ, ਕੈਸ਼ੇ ਇਨਕੋਹਰੈਂਸੀ ਹੈ ਨਹੀਂ, ਮਿਊਚੁਅਲ ਐਕਸਕਲੂਜਨ ਨੋ ਪ੍ਰੀਐਮਪਸ਼ਨ ਹੋਲਡ ਐਂਡ ਵੇਟ ਤੇ ਸਰਕੂਲਰ ਵੇਟ ਤੀਸਰਾ ਫਿਰ ਇਹਦਾ ਆਪਣਾ ਆਨਸਰ ਹੈ। ਕਲੀਅਰ ਹੋਈ ਗੱਲ। ਸੋ ਅਗਲਾ ਸੀਗਾ ਇੱਕ ਡੇਟਾਬੇਸ ਤੇ ਡਿਲੀਟ, ਡਰੋਪ ਤੇ ਟਰੰਕੇਟ ਤੇ ਉਹਦੇ ਵਿੱਚੋਂ ਆਪਾਂ ਦੇਖਦੇ ਹਾਂ ਪਹਿਲਾਂ ਡੇਟਾ ਕੀ ਹੁੰਦਾ। ਡੇਟਾ ਬਹੁਤ ਸਾਰੇ ਟੈਕਸਟ, ਨੰਬਰ ਤੇ ਮੀਡੀਆ ਫਾਈਲ, ਕਲੈਕਸ਼ਨ ਆਫ ਰॉ ਫਾਈਲਸ ਜਾਂ ਰॉ ਡੇਟਾ ਨੂੰ ਆਪਾਂ ਡੇਟਾ ਬੋਲਦੇ ਹਾਂ, ਰॉ ਫੈਕਟਸ, ਹੈ ਨਾ। ਤੇ ਇਸ ਡੇਟਾ ਦੇ ਵਿੱਚੋਂ ਫੈਕਟਸ ਕੱਢ ਲਈਏ ਜੇ ਆਪਾਂ, ਉਹ ਬਣ ਜਾਂਦੀ ਹੈ ਇਨਫੋਰਮੇਸ਼ਨ, ਤੇ ਉਹ ਇਨਫੋਰਮੇਸ਼ਨ ਨੂੰ ਯੂਜ਼ਫੁਲ ਲੈ ਲਈਏ ਤਾਂ ਉਹ ਬਣ ਜਾਂਦੀ ਹੈ ਨੌਲੇਜ, ਸਾਡੇ ਲਈ ਚਾਹੀਦੀ ਹੈ। ਤੇ ਉਹਦੇ ਨੌਲੇਜ ਦੇ ਬੇਸ ਤੇ ਆਪਾਂ ਡਿਸੀਜਨ ਲੈਂਦੇ ਹਾਂ। ਜਿਵੇਂ ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਆਪਣਾ ਫਲਿੱਪਕਾਰਟ ਹੈ, ਐਮਾਜੋਨ ਹੈ, ਉਹ ਕੀ ਕਰਦੇ ਨੇ? ਕਸਟਮਰ ਦਾ ਡੇਟਾ ਇਕੱਠਾ ਕਰਦੇ ਨੇ, ਉਹਨੂੰ ਐਨਾਲਿਸਿਸ ਕਰਦੇ ਨੇ। ਕਾਹਦੇ ਨਾਲ? ਬਿਗ ਡੇਟਾ ਬੋਲਿਆ ਜਾਂਦਾ ਉਹਨੂੰ, ਇਹ ਵੀ ਟਰਮ ਸ਼ਾਇਦ ਪੁੱਛ ਲੇ। ਬਿਗ ਡੇਟਾ ਕੀ ਹੁੰਦਾ? ਜਿੱਥੇ ਲਾਰਜ ਅਮਾਊਂਟ ਆਫ ਡੇਟਾ ਜਨਰੇਟ ਹੁੰਦਾ, ਉਹ ਬਿਗ ਡੇਟਾ ਨੂੰ ਪ੍ਰੋਸੈਸ ਕਰਦੇ ਨੇ। ਤੇ ਪ੍ਰੋਸੈਸ ਕਰਨ ਲਈ ਜਿਹੜਾ ਸੌਫਟਵੇਅਰ ਵਰਤਿਆ ਜਾਂਦਾ ਉਹ ਹੁੰਦਾ ਹਡੂਪ। Hadoop is a software that is used to process the big data generated by Amazon, Flipkart, YouTube, ਸਾਰੀਆਂ ਵੀ ਸਾਈਟਾਂ ਨੇ। ਉਹ ਡੇਟਾ ਦਾ ਪ੍ਰੋਸੈਸ ਕਰਕੇ ਫਿਰ ਇਨਫੋਰਮੇਸ਼ਨ ਕੱਢਦੇ ਨੇ। ਇਨਫੋਰਮੇਸ਼ਨ ਦੇ ਵਿੱਚੋਂ ਫਿਰ ਨੌਲੇਜ ਆ ਜਾਂਦੀ ਹੈ ਕਿਸੇ ਸਪੈਸੀਫਿਕ ਖਿੱਤੇ ਦੀ, ਕਿਸੇ ਏਰੀਏ ਦੀ, ਕਿਸੇ ਪ੍ਰੋਡਕਟ ਬਾਰੇ। ਉਹ ਨੌਲੇਜ ਦੇ ਬੇਸ ਤੇ ਡਿਸੀਜਨ ਲੈਂਦੇ ਨੇ। ਜਿਵੇਂ ਹੁਣ ਉਹਨਾਂ ਨੂੰ ਪਤਾ ਸਰਦੀ ਆ ਰਹੀ ਹੈ, ਸਰਦੀ ਦੇ ਵਿੱਚ ਹੀਟਰ ਜ਼ਿਆਦਾ ਵਿਕਣਗੇ, ਤਾਂ ਪਿਛਲੀ ਪੁਰਾਣੀ ਨੌਲੇਜ ਚੱਕ ਲੈਣਗੇ, ਉਹ ਇਨਫੋਰਮੇਸ਼ਨ ਚੱਕ ਲੈਣਗੇ, ਨੌਲੇਜ ਚੱਕ ਲੈਣਗੇ ਕਿ ਪਿਛਲੇ ਸਾਲ ਆਹ ਦੀ ਸੇਲ ਵਧੀ। ਉਹ ਨੌਲੇਜ ਦੇ ਬੇਸ ਤੇ ਫਿਰ ਕੰਪਨੀ ਡਿਸੀਜਨ ਲੈਂਦੀ ਹੈ, ਮੈਨੂਫੈਕਚਰਿੰਗ ਹੁੰਦੀ ਹੈ ਚੀਜ਼ਾਂ ਦੀ, ਹੈ ਨਾ। ਸੋ ਕਲੀਅਰ ਹੋਈ ਗੱਲ। ਸੋ ਇਹ ਹੁੰਦਾ ਡੇਟਾਬੇਸ। ਡੇਟਾਬੇਸ DB ਨਾਲ ਲਿਖਦੇ ਹਾਂ। ਡੇਟਾਬੇਸ ਕੀ ਹੁੰਦਾ? ਕਲੈਕਸ਼ਨ ਆਫ ਫਾਈਲਸ, ਕਲੈਕਸ਼ਨ ਆਫ ਰਿਕਾਰਡਸ, ਤੇ ਬਹੁਤ ਸਾਰੇ ਡੇਟਾਬੇਸ ਨੇ। ਡੇਟਾਬੇਸ ਦੇ ਨਾਮ ਜਿਵੇਂ ਮਾਈ ਸੀਕੁਅਲ ਹੈ, ਐਮਾਜੋਨ ਰੈਡਸ਼ਿਫਟ ਹੈ, IBM ਡੇਟਾ, ਸੀਕੁਅਲ ਡੇਟਾ, MongoDB ਹੈ, ਗੂਗਲ ਬਿਗ ਕੁਐਰੀ ਹੈ, ਕੈਸਾਨੇਂਦਰਾ ਹੈ, ਓਰੈਕਲ ਹੈ, ਤੇ ਸਨੋਫਲੇਕ ਹੈ। ਆਹ ਬਹੁਤ ਇੰਪੋਰਟੈਂਟ ਨੇ, ਆਹ ਵਾਲਾ ਸਨੋਫਲੇਕ ਤੇ MongoDB, ਮਾਈ ਸੀਕੁਅਲ। ਨਾਮ ਪੁੱਛ ਲੈਂਦਾ ਕਿ ਵਿਚ ਆਫ ਦੀ ਫੋਲੋਇੰਗ ਇਜ਼ ਡੇਟਾਬੇਸ। ਕਲੀਅਰ। ਤੇ ਇਸ ਡੇਟਾਬੇਸ ਦੇ ਲਈ ਸਾਨੂੰ ਕੁਝ ਕਮਾਂਡਸ ਚਾਹੀਦੀਆਂ ਨੇ। ਇਹ ਡੇਟਾਬੇਸ ਦੀ ਲੈਂਗੁਏਜ ਹੈ ਸੀਕੁਅਲ, ਐਬਰੀਵੇਸ਼ਨ ਪੁੱਛ ਸਕਦਾ ਸਟਰਕਚਰਲ ਕੁਐਰੀ ਲੈਂਗੁਏਜ। ਸਟਰਕਚਰਲ ਕੁਐਰੀ ਲੈਂਗੁਏਜ ਇਹ ਡੇਟਾਬੇਸ ਦੀ ਲੈਂਗੁਏਜ ਹੈ, ਯਾਦ ਰੱਖਣਾ। RDBMS ਦੀ ਲੈਂਗੁਏਜ ਆ, RDBMS। ਇੱਕ ਹੁੰਦਾ DBMS, ਇਹਦੀ ਐਬਰੀਵੇਸ਼ਨ ਵੀ ਦੇਖ ਲਓ। DBMS ਹੁੰਦਾ ਡੇਟਾਬੇਸ ਮੈਨੇਜਮੈਂਟ ਸਿਸਟਮ, RDBMS ਹੁੰਦਾ ਰਿਲੇਸ਼ਨਲ ਡੇਟਾਬੇਸ ਮੈਨੇਜਮੈਂਟ ਸਿਸਟਮ। ਇਹਦੇ ਵਿੱਚ ਟੇਬਲਸ ਦੀ ਫਾਰਮ ਦੇ ਵਿੱਚ, ਰਿਲੇਸ਼ਨ ਨੂੰ ਟੇਬਲ ਵੀ ਬੋਲ ਦਿੰਦੇ ਆਪਾਂ, ਟੇਬਲ ਦੀ ਫਾਰਮ ਦੇ ਵਿੱਚ ਡੇਟਾ ਰੋ ਤੇ ਕਾਲਮ ਦੀ ਫਾਰਮ 'ਚ ਸਟੋਰ ਹੁੰਦਾ। ਤੇ ਇਹਦੀਆਂ ਅੱਗੇ ਸੀਕੁਅਲ ਦੀਆਂ ਕਮਾਂਡਸ ਦੇ ਵਿੱਚ ਵੀ ਫਰਦਰ ਕਮਾਂਡਸ ਆਉਂਦੀਆਂ ਨੇ। ਇੱਕ DDL, ਡਾਟਾ ਡੈਫੀਨੇਸ਼ਨ ਲੈਂਗੁਏਜ, ਡੇਟਾ ਮੈਨੂਪੂਲੇਸ਼ਨ ਲੈਂਗੁਏਜ, ਡੇਟਾ ਕੰਟਰੋਲ ਲੈਂਗੁਏਜ ਤੇ ਟ੍ਰਾਂਜੈਕਸ਼ਨ ਕੰਟਰੋਲ। ਸਾਰੀਆਂ ਯਾਦ ਕਰਨ ਦੀ ਲੋੜ ਨਹੀਂ, ਕਈ ਵਾਰੀ ਪੁੱਛ ਲੈਂਦਾ ਕਿ ਵਿੱਚ ਉਹਦੀ ਫੋਲੋਇੰਗ ਇਜ਼ SQL ਕਮਾਂਡ। ਤਾਂ 4 ਯਾਦ ਰੱਖ ਲਓ, ਡੇਟਾ ਡੈਫੀਨੇਸ਼ਨ, ਡੇਟਾ ਮੈਨੂਪੂਲੇਸ਼ਨ, ਡੇਟਾ ਕੰਟਰੋਲ ਤੇ ਟ੍ਰਾਂਜੈਕਸ਼ਨ ਕੰਟਰੋਲ। ਡੇਟਾ ਡੈਫੀਨੇਸ਼ਨ ਦੇ ਵਿੱਚ ਟੇਬਲ ਕ੍ਰੀਏਟ ਕਰ ਸਕਦੇ ਹਾਂ, ਆਲਟਰ ਚੇਂਜ ਕਰ ਸਕਦੇ ਹਾਂ, ਡਰੋਪ ਕਰ ਸਕਦੇ ਹਾਂ, ਟਰੰਕੇਟ ਕਰ ਸਕਦੇ ਹਾਂ, ਕਮੈਂਟ ਕਰ ਸਕਦੇ ਹਾਂ ਤੇ ਰੀਨੇਮ ਕਰ ਸਕਦੇ ਹਾਂ। ਠੀਕ ਹੈ। ਟੇਬਲ ਨੂੰ ਇੱਕ ਟੇਬਲ ਕ੍ਰੀਏਟ ਕੀਤਾ, ਆਲਟਰ ਚੇਂਜ ਕੀਤਾ, ਡਰੋਪ ਪੂਰੇ ਦਾ ਪੂਰਾ ਟੇਬਲ ਡਿਲੀਟ ਕਰਤਾ, ਟਰੰਕੇਟ ਵਿੱਚੋਂ ਕੱਲੀਆਂ ਰੋ ਡਿਲੀਟ ਕਰਤੀਆਂ। ਇਸੇ ਦੀ ਕੁਐਸਚਨ ਆਇਆ ਹੋਇਆ, ਡਰੋਪ, ਟਰੰਕੇਟ ਤੇ ਡਿਲੀਟ ਤੇ ਮੈਂ ਦੱਸੂਗਾ। ਰੀਨੇਮ ਕਰਦੇ ਹਾਂ ਟੇਬਲ। ਡੇਟਾ ਮੈਨੂਪੂਲੇਸ਼ਨ ਦੇ ਲਈ ਸਿਲੈਕਟ ਕਰ ਲਏ ਰੋ, ਰਿਕਾਰਡ, ਹੈ ਨਾ, ਇਨਸਰਟ ਕਰਤੇ, ਅਪਡੇਟ ਕਰਤੇ, ਡਿਲੀਟ ਕਰਤੀਆਂ, ਮਰਜ ਕਰਤਾ, ਕਾਲ, ਚਲੋ ਆਹ ਰਹਿਣ ਦੇ, ਲੌਕ ਟੇਬਲ। ਟ੍ਰਾਂਜੈਕਸ਼ਨ ਦੇ ਵਿੱਚ ਗ੍ਰਾਂਟ ਤੇ ਰਿਵੋਕ, ਪਰਮਿਸ਼ਨਾਂ ਕਿਸੇ ਨੂੰ। ਡੇਟਾ ਕੰਟਰੋਲ ਦੇ ਵਿੱਚ ਕੀ ਹੁੰਦਾ? ਕਿਸੇ ਨੂੰ ਗ੍ਰਾਂਟ ਕਰਤੀਆਂ ਪਰਮਿਸ਼ਨਾਂ, ਕਿਸੇ ਤੋਂ ਵਾਪਸ ਲੈ ਲਈਆਂ, ਰਿਵੋਕ। ਟ੍ਰਾਂਜੈਕਸ਼ਨ ਕੰਟਰੋਲ, ਐਂਡ 'ਚ ਟ੍ਰਾਂਜੈਕਸ਼ਨ ਜਦੋਂ ਪੂਰੀ ਹੋ ਜਾਂਦੀ ਉਹਨੂੰ ਕਮਿਟ ਬੋਲ ਦਿੰਦੇ ਆ। ਫਾਈਨਲ ਅਪਡੇਟ ਕਰਤਾ ਆਪਾਂ, ਜਿਵੇਂ ਟਿਕਟਾਂ ਬੁੱਕ ਕਰਨਾ ਚਾਹੁੰਦੇ ਹਾਂ ਆਪਾਂ ਸਿਨੇਮੇ ਦੀਆਂ, ਹੈ ਨਾ, ਤਾਂ ਐਂਡ ਤੇ ਆਪਾਂ ਕਰਦੇ ਹਾਂ ਕਿ ਡੂ ਯੂ ਵਾਂਟ ਟੂ ਬੁੱਕ ਦੀ ਟਿਕਟ, ਫਾਈਨਲ ਆਪਾਂ ਓਕੇ ਕਰ ਦਿੰਦੇ ਹਾਂ। ਉੱਥੇ ਹੋ ਜਾਂਦਾ ਕਮਿਟ ਤੇ ਰੋਲ ਬੈਕ। ਜੇ ਅੱਧ 'ਚੋਂ ਜਾ ਕੇ ਅਸੀਂ ਸੋਚਿਆ ਵੀ ਨਹੀਂ ਇਸ ਤਾਂ ਕਰਨੀਆਂ ਨਹੀਂ, ਵਾਪਸ ਲੈ ਲਈਏ, ਤਾਂ ਉਹਨੂੰ ਬੋਲਦੇ ਨੇ ਰੋਲ ਬੈਕ, ਵਾਪਸ ਲੈ ਕੇ ਆਉਣਾ, ਅੰਡੂ ਕਰਨਾ। ਸੇਵ ਪੁਆਇੰਟ, ਕਿਤੇ ਅਸੀਂ ਜਾ ਕੇ ਪੁਆਇੰਟ ਤੇ ਸੇਵ ਕਰ ਦਿੰਦੇ, ਤੁਸੀਂ ਫਾਰਮ ਭਰਦੇ ਹੋ, ਅੱਧਾ ਫਾਰਮ ਵਿੱਚ ਸੇਵ ਹੋ ਜਾਂਦਾ, ਉਹ ਸੇਵ ਪੁਆਇੰਟ ਹੁੰਦਾ। ਠੀਕ ਹੈ। ਸੈਟ ਟ੍ਰਾਂਜੈਕਸ਼ਨ, ਇਹਨਾਂ ਦੀ ਚਲੋ ਲੋੜ ਨਹੀਂ, ਆਪਾਂ 3 ਚੀਜ਼ਾਂ ਪੜਾਂਗੇ ਡੇਟਾਬੇਸ ਦੇ ਵਿੱਚ। ਇਹ ਡੇਟਾਬੇਸ ਟੇਬਲ ਹੈ। ਟੇਬਲ ਦੇ ਵਿੱਚ ਆਪਣੇ ਕੋਲੇ ਸਟੂਡੈਂਟ ਦੇ ਰੋਲ ਨੰਬਰ ਨੇ, 1 ਰੋਲ ਨੰਬਰ, 2, 3, ਉਹਦਾ ਨੇਮ ਹੈ ABC, ਤੇ ਉਹਦੇ ਪਹਿਲੇ ਦੇ 30 ਨੰਬਰ ਹੈ, ਦੂਜੇ ਦੇ 40, ਤੀਜੇ ਦੇ 50। ਇਹ ਸਟੂਡੈਂਟਸ, ਇਹ ਡੇਟਾ ਦਾ ਟੇਬਲ ਹੈ। ਜਦੋਂ ਆਪਾਂ ਡਿਲੀਟ ਲਾ ਦਾਂਗੇ ਤਾਂ ਡਿਲੀਟ ਕਰੂਗਾ ਇੱਕ ਰੋ ਬਾਏ ਰੋ। ਜੇਕਰ ਆਪਾਂ ਟੇਬਲ ਦੇ ਵਿੱਚੋਂ ਡੇਟਾ ਡਿਲੀਟ ਕਰਨਾ ਤਾਂ ਡਿਲੀਟ ਵਰਤੀ ਜਾਂਦੀ ਹੈ। ਜੇ ਸਾਰੀਆਂ ਰੋ ਆਪਾਂ ਟੇਬਲ ਚੋਂ ਡਿਲੀਟ ਕਰਨੀਆਂ ਨੇ ਤਾਂ ਆਪਾਂ ਟਰੰਕੇਟ, ਤੇ ਜੇ ਸਾਰੇ ਦਾ ਸਾਰਾ ਟੇਬਲ ਆਪਾਂ ਡਿਲੀਟ ਕਰਨਾ ਤਾਂ ਡਰੋਪ।
ਤਾਂ ਡਿਲੀਟ ਕੀ ਕਰਦਾ, ਕੱਲੀ ਕੱਲੀ ਰੋ ਡਿਲੀਟ ਕਰਦਾ। ਟਰੰਕੇਟ ਕੀ ਕਰਦਾ, ਇੱਕੋ ਹੀ ਸ਼ਾਟ ਦੇ ਵਿੱਚ ਸਾਰੀਆਂ ਰੋ ਡਿਲੀਟ ਕਰ ਦਿੰਦਾ। ਤੇ ਡਰੌਪ ਕੀ ਕਰਦਾ, ਨਾਲੇ ਤਾਂ ਰੋ ਚੱਕ ਦਿੰਦਾ ਨਾਲੇ ਟੇਬਲ ਚੱਕ ਦਿੰਦਾ। ਠੀਕ ਹੈ, ਤਾਂ ਇਹ ਸਪੇਸ ਨੂੰ ਫ੍ਰੀ ਕਰ ਦਿੰਦਾ। ਸਪੇਸ ਫ੍ਰੀ ਦੀ ਸਪੇਸ, ਫ੍ਰੀ ਟੇਬਲ ਸਪੇਸ। ਕਲੀਅਰ ਹੋਈ ਗੱਲ। ਤੇ ਜਿਹੜਾ ਡਿਲੀਟ ਹੈ ਇਹ ਸਲੋਅਰ ਹੈ ਤੇ ਟਰੰਕੇਟ ਹੈ ਜਿਹੜਾ ਫਾਸਟ ਹੈ। ਮੰਨ ਲਓ ਅਸੀਂ 10 ਦੀਆਂ 10 ਸਾਰੀਆਂ ਆਪਾਂ ਟੇਬਲ ਦੇ ਵਿੱਚੋਂ ਰੋ ਡਿਲੀਟ ਕਰਨੀਆਂ ਨੇ, ਇਹਨੂੰ ਆਪਾਂ ਰੋ ਬੋਲ ਦਿੰਦੇ ਹਾਂ, ਇੱਕ ਲਾਈਨ ਰਿਕਾਰਡ। ਤਾਂ ਡਿਲੀਟ ਤਾਂ ਇੱਕ ਇੱਕ ਕਰਕੇ ਜਾਊਗਾ, ਸਲੋਅਰ ਹੈ। ਟਰੰਕੇਟ ਫਿਰ ਫਾਸਟ ਹੈ। ਠੀਕ ਹੈ, ਇਹਦੇ ਤੇ ਕੁਐਸਚਨ ਪੁੱਛਿਆ ਗਿਆ ਸੀਗਾ, ਮੈਨੂੰ ਕੁਐਸਚਨ ਤਾਂ ਨਹੀਂ ਦੱਸਿਆ ਬੱਚਿਆਂ ਨੇ ਕਿਵੇਂ ਸੀ, ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਤੋਂ ਬਾਹਰ ਪੁੱਛਿਆ ਨਹੀਂ ਜਾਊਗਾ ਜੇ ਤੁਹਾਨੂੰ ਪੁੱਛਿਆ ਤਾਂ। ਜਿਹੜੀ ਡਿਲੀਟ ਕਮਾਂਡ ਹੈ ਇਹ ਡੇਟਾ ਮੈਨੂਪੂਲੇਸ਼ਨ ਦੀ ਕਮਾਂਡ ਆ। ਦੇਖੋ ਪਿੱਛੇ ਮੈਂ ਤੁਹਾਨੂੰ ਦੱਸ ਚੁੱਕਿਆ ਨਾ ਵੀ ਡੇਟਾ ਮੈਨੂਪੂਲੇਸ਼ਨ ਦੀ ਕਮਾਂਡ ਹੈ ਇਹ। ਡਿਲੀਟ ਹੈਗੀ ਡੇਟਾ ਮੈਨੂਪੂਲੇਸ਼ਨ ਦੀ ਹੈ, ਤੇ ਜਿਹੜੀ ਡਰੌਪ ਤੇ ਟਰੰਕੇਟ ਹੈ ਡੇਟਾ ਡੈਫੀਨੇਸ਼ਨ ਦੀ ਹੈ। ਪਹਿਲਾ ਡਿਫਰੈਂਸ ਤਾਂ ਇਹੀ ਹੋ ਗਿਆ ਕਿ ਜਿਹੜੀ ਡਿਲੀਟ ਕਮਾਂਡ ਹੈ ਇਹ DML ਹੈ, ਦੂਜੀਆਂ DDL ਹੈ। ਡਿਲੀਟ ਪਰਪਸ ਕੀ ਹੈ, ਯੂਜ਼ ਟੂ ਮੈਨੂਪੂਲੇਟ ਐਂਡ ਮੋਡੀਫਾਈ ਦੀ ਟੇਬਲ ਡੇਟਾ। ਡੇਟਾ ਦੇ ਮੈਨੂਪੂਲੇਸ਼ਨ ਕੋਈ ਡਿਲੀਟ ਕਰਕੇ ਨਵੀਂ ਆਪਾਂ ਐਡ ਕਰਨੀ ਹੈ ਤਾਂ ਡਿਲੀਟ ਵਰਤਾਂਗੇ। ਜੇ ਸਾਰੀਆਂ ਰੋ ਡਿਲੀਟ ਕਰਨੀਆਂ ਨੇ ਇੱਕੋ ਗੋ ਦੇ ਵਿੱਚ ਤਾਂ ਟਰੰਕੇਟ। ਜੇ ਸਾਰਾ ਟੇਬਲ ਡਿਲੀਟ ਕਰਨਾ ਹੈ, ਡਰੌਪ ਕਰਨਾ ਤਾਂ ਡਰੌਪ ਆ। ਡਿਲੀਸ਼ਨ ਰੋ ਬਾਏ ਰੋ, ਆਲ ਰੋ, ਰਿਮੂਵ ਟੇਬਲ ਫਰੋਮ ਦੀ ਡੇਟਾਬੇਸ। ਠੀਕ ਹੈ, ਅਗਲੇ 2 ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜਿਹੜਾ ਡਿਲੀਟ ਹੈ ਉਹਨੂੰ ਆਪਾਂ ਰੋਲ ਬੈਕ ਕਰ ਸਕਦੇ ਹਾਂ। ਮੰਨ ਲਓ ਇੱਕ ਡਿਲੀਟ ਕਰਤੀ ਚੀਜ਼, ਮੈਨੂੰ ਲੱਗਿਆ ਯਾਰ ਮੈਂ ਡਿਲੀਟ ਨਹੀਂ ਕਰਨਾ ਚਾਹੁੰਦਾ ਸੀ, ਮੈਂ ਅੰਡੂ ਕਰ ਦੂੰਗਾ, ਕੰਟਰੋਲ ਆਪਾਂ Z ਦੱਬ ਦਾਂਗੇ, ਪਿੱਛੇ ਆ ਜਾਊਗਾ, ਤਾਂ ਰੋਲ ਬੈਕ ਬੋਲਦੇ ਨੇ ਇੱਥੇ। ਡਿਲੀਟ ਨੂੰ ਆਪਾਂ ਰੋਲ ਬੈਕ ਕਰ ਸਕਦੇ ਹਾਂ। ਟਰੰਕੇਟ ਤੇ ਡਰੌਪ ਨੂੰ ਆਪਾਂ ਕੀ ਕਰ ਸਕਦੇ ਹਾਂ, ਮਤਲਬ ਕਿ ਇਹਨੂੰ ਰੋਲ ਬੈਕ ਨਹੀਂ ਕਰ ਸਕਦੇ। ਜਿਵੇਂ ਕੰਪਿਊਟਰ ਦੇ ਵਿੱਚ ਇੱਕ ਤਾਂ ਆਪਾਂ ਡਿਲੀਟ ਦੱਬ ਦਿੰਦੇ ਹਾਂ, ਡੇਟਾ ਡਿਲੀਟ ਹੋ ਜਾਂਦਾ, ਇੱਕ ਆਪਾਂ ਸ਼ਿਫਟ ਡਿਲੀਟ ਨਹੀਂ ਦੱਬ ਦਿੰਦੇ, ਸ਼ਿਫਟ ਪਲੱਸ ਡਿਲੀਟ। ਇਹ ਵੀ ਯਾਦ ਕਰ ਲਿਓ ਨਾਲ ਨਾਲ, ਇਹ ਪਰਮਾਨੈਂਟਲੀ ਡਿਲੀਟ ਕਰਦਾ, ਪਰਮਾਨੈਂਟਲੀ ਡਿਲੀਟ। ਕਲੀਅਰ। ਤੇ ਜਿਹੜਾ ਡਿਲੀਟ ਹੁੰਦਾ ਇਹ ਚੋਂ ਡਿਲੀਟ ਹੋ ਕੇ ਰੀਸਾਈਕਲ ਬਿਨ ਚ ਚਲਿਆ ਜਾਂਦਾ ਕੰਮ ਆਪਣਾ, ਰੀਸਾਈਕਲ ਬਿਨ ਦੇ ਵਿੱਚ, ਜਾਣੀ ਕਿ ਰੀਸਾਈਕਲ ਬਿਨ ਚੋਂ ਆਪਾਂ ਰਿਕਵਰ ਕਰ ਸਕਦੇ ਹਾਂ। ਜੇਕਰ ਆਪਾਂ ਸ਼ਿਫਟ ਡਿਲੀਟ ਕਰ ਦਈਏ ਤਾਂ ਕੰਟੈਂਟ ਨੂੰ ਆਪਾਂ ਰਿਕਵਰ ਨਹੀਂ ਕਰ ਸਕਦੇ, ਪਰਮਾਨੈਂਟ ਡਿਲੀਟ ਹੋ ਜਾਂਦਾ। ਤਾਂ ਡਿਲੀਟ ਹੈ ਜਿਹੜਾ, ਇਹਦੇ ਵਿੱਚ ਆਪਾਂ ਕਹਿ ਲਓ ਵੀ ਡਿਲੀਟ ਕਰ ਸਕਦੇ ਹਾਂ, ਤੇ ਇਹ ਸ਼ਿਫਟ ਡਿਲੀਟ ਕਰ ਦਿੰਦਾ, ਪਰਮਾਨੈਂਟਲੀ ਡਿਲੀਟ ਕਰ ਦਿੰਦਾ, ਇਹਨੂੰ ਅਸੀਂ ਰੋਲ ਬੈਕ ਨਹੀਂ ਕਰ ਸਕਦੇ। ਬਸ ਪੁਆਇੰਟ ਯਾਦ ਰੱਖਣਾ ਆਪਣਾ ਮੇਨ। ਤੇ ਸਟਰਕਚਰ ਡਿਲੀਟ ਦੇ ਵਿੱਚ ਟੇਬਲ ਦੀ ਸਟਰਕਚਰ ਡਿਲੀਟ ਨਹੀਂ ਹੁੰਦੀ, ਟਰੰਕੇਟ ਦੇ ਵਿੱਚ ਵੀ ਸਟਰਕਚਰ ਡਿਲੀਟ ਨਹੀਂ ਹੁੰਦੀ, ਡਰੌਪ ਦੇ ਵਿੱਚ ਸਟਰਕਚਰ ਡਿਲੀਟ ਹੋ ਜਾਂਦਾ। ਜਿਵੇਂ ਆਹ ਦੇਖੋ, ਡਿਲੀਟ ਦੇ ਵਿੱਚ ਟੇਬਲ ਦਾ ਸਟਰਕਚਰ ਡਿਲੀਟ ਨਹੀਂ ਹੋਇਆ, ਟਰੰਕੇਟ ਦੇ ਵਿੱਚ ਵੀ ਟੇਬਲ ਦਾ ਸਟਰਕਚਰ ਡਿਲੀਟ ਨਹੀਂ ਹੋਇਆ, ਤੇ ਡਰੌਪ ਦੇ ਵਿੱਚ ਤਾਂ ਕੁਝ ਵੀ ਨਹੀਂ ਰਿਹਾ, ਸਟਰਕਚਰ ਡਿਲੀਟ ਹੋ ਗਿਆ। ਠੀਕ ਹੈ, ਹੁਣ ਇਹਦੇ ਤੇ ਕੁਐਸਚਨ ਬੜੇ ਵਧੀਆ ਪੁੱਛੇ ਜਾ ਸਕਦੇ ਆ। ਕਹਿੰਦਾ ਡੈਸ਼ ਰਿਮੂਵਸ ਆਲ ਦੀ ਰੋ ਫਰੋਮ ਟੇਬਲ ਵਿਦਾਊਟ ਲੌਗਇਨ ਇੰਡੀਵਿਜੂਅਲ ਰੋ ਡਿਲੀਸ਼ਨ। ਜਿਹੜਾ ਕਹਿੰਦਾ ਸਾਰੀਆਂ ਰੋ ਕਰ ਦਿੰਦਾ ਕੱਲੀ ਕੱਲੀ ਰੋ ਦੀ ਬਜਾਏ, ਤਾਂ ਟਰੰਕੇਟ ਆਨਸਰ ਹੈ। ਵਿੱਚ ਆਫ ਦੀ ਫੋਲੋਇੰਗ SQL clause is used to delete tuple from the database table। ਟੱਪਲ ਨੂੰ ਡਿਲੀਟ ਕਰਨ ਦੇ ਲਈ, ਇੱਕ ਟੱਪਲ ਇੱਕ ਰਿਕਾਰਡ ਨੂੰ ਜਾਂ ਰੋ ਨੂੰ ਹੀ ਬੋਲ ਦਿੰਦਾ, ਤਾਂ ਉਹਦੇ ਲਈ ਡਿਲੀਟ ਹੈ। ਕਹਿੰਦਾ ਡੈਸ਼ ਰਿਮੂਵ ਦੀ ਟੇਬਲ ਵਿਦਾਊਟ ਨਹੀਂ ਹੋਣਾ ਸੀ, ਟੇਬਲ ਦੀ ਡੈਸ਼ ਰਿਮੂਵ ਦੀ ਟੇਬਲ ਫਰੋਮ ਡੇਟਾਬੇਸ। ਡੇਟਾਬੇਸ ਦੇ ਵਿੱਚੋਂ ਟੇਬਲ ਨੂੰ ਕਿਹੜੀ ਰਿਮੂਵ ਕਰਦੀ ਹੈ, ਟਰੰਕੇਟ। ਗਲਤ ਹੋ ਗਿਆ, ਟਰੰਕੇਟ ਨਹੀਂ ਡਰੌਪ ਹੈ ਇਹ। ਠੀਕ ਹੈ, ਟਾਈਪਿੰਗ ਮਿਸਟੇਕ ਹੈ ਮੇਰੇ ਤੋਂ, ਮੈਂ ਜਲਦੀ ਬਣਾਉਣੀ ਸੀ ਵੀਡੀਓ ਤਾਂ ਕਰਕੇ ਮੈਂ ਚੈੱਕ ਨਹੀਂ ਕਰ ਪਾਇਆ। ਡਰੌਪ ਹੈ, ਰਿਮੂਵ ਕਰ ਦਿੰਦੀ ਹੈ ਟੇਬਲ ਨੂੰ, ਪੂਰੀ ਦੀ ਪੂਰੀ ਸਟਰਕਚਰ ਵੀ ਡਿਲੀਟ ਹੋ ਜਾਂਦੀ ਹੈ, ਸਪੇਸ ਵੀ ਫ੍ਰੀ ਹੋ ਜਾਂਦੀ ਹੈ। ਠੀਕ ਹੈ ਜੀ, ਤਾਂ ਇਹ ਲਾਸਟ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਮੈਂ ਉਲਝ ਗਿਆ ਸੀ, ਤੁਹਾਨੂੰ ਦੱਸਣ ਲੱਗਿਆ ਕਿ ਵਰਲਡ ਫਸਟ ਮਿਨੀ ਕੰਪਿਊਟਰ ਕਿਹੜਾ ਸੀਗਾ। ਇਹ ਸੀਗਾ PDP-1 1958। ਇਹ ਸੀਗਾ ਸੈਕਿੰਡ ਜਨਰੇਸ਼ਨ ਦਾ, ਸੈਕਿੰਡ ਜਨਰੇਸ਼ਨ ਹੀ ਮੈਂ ਕਮੈਂਟ ਕਰਕੇ ਵੀ ਦੱਸਿਆ ਸੀ। ਤੇ ਜਿਹੜਾ ਫਸਟ ਕਮਰਸ਼ੀਅਲੀ ਅਵੇਲੇਬਲ ਸੀਗਾ PDP 1965 ਦੇ ਵਿੱਚ, ਇਹ ਥਰਡ ਜਨਰੇਸ਼ਨ ਦੇ ਵਿੱਚ ਹੈ। ਨੋਟਸਾਂ ਦੇ ਵਿੱਚ ਠੀਕ ਹੀ ਲਿਖਿਆ ਸੀ, ਮੈਨੂੰ ਭੁਲੇਖਾ ਪੈ ਗਿਆ ਸੀ, ਮੈਨੂੰ ਐਂ ਲੱਗਿਆ ਕਿਤੇ ਇਹ ਸੈਕਿੰਡ ਜਨਰੇਸ਼ਨ ਦਾ। ਠੀਕ ਆ, ਸੋ ਬੋਥ ਵਰ ਡਿਵੈਲਪਡ ਬਾਈ ਡਿਜੀਟਲ DESA ਮੈਂ ਦੱਸ ਚੁੱਕਿਆ। ਤੇ ਕੁਝ ਹੋਰ ਚੀਜ਼ਾਂ ਜਿਹੜੇ ਆਪਾਂ ਨੂੰ ਕੱਲ ਪਤਾ ਨਹੀਂ ਲੱਗਿਆ ਸੀ ਜਾਂ ਇੰਪੋਰਟੈਂਟ ਨੇ, ਆ ਸਕਦੀਆਂ ਨੇ, ਉਹ ਵੀ ਮੈਂ ਦੱਸ ਦਿੰਦਾ। ਇੱਕ ਤਾਂ ਸੀਗਾ ਸ਼ਾਰਟਕਟ ਨੇ ਜਿਹੜੇ ਹੈਡਿੰਗ ਦੇ ਲਈ, ਵਰਡ ਦੇ ਵਿੱਚ ਆਪਾਂ ਨੂੰ ਪਤਾ ਹੈਡਿੰਗ ਲੱਗਦੇ ਹੁੰਦੇ ਨੇ। Ctrl+Alt+1 ਹੈ ਹੈਡਿੰਗ 1 ਦੇ ਲਈ ਹੈ, Ctrl+Alt+2 ਹੈ ਹੈਡਿੰਗ 2 ਦੇ ਲਈ, Ctrl+Alt+3 ਹੈਡਿੰਗ 3 ਦੇ ਲਈ। ਤਾਂ ਇੱਥੇ Ctrl+Alt ਦੀ ਥਾਂ ਤੇ Ctrl+Shift ਦੇ ਦੂਗਾ ਤੁਹਾਨੂੰ, Shift+Alt ਦੇ ਦੂਗਾ, ਤਾਂ ਸਿੱਧਾ ਯਾਦ ਰੱਖਣਾ Ctrl+Alt+1 ਹੈਡਿੰਗ 1 ਦੇ ਲਈ, 2 ਵਾਲਾ ਹੈਡਿੰਗ 2 ਦੇ ਲਈ, 3 ਵਾਲਾ ਹੈਡਿੰਗ 3 ਦੇ ਲਈ। ਉਵੇਂ ਲਾਈਨ ਸਪੇਸਿੰਗ ਦਾ ਕੱਲ ਕੁਐਸਚਨ ਪੁੱਛਿਆ ਸੀ, ਬੱਚੇ ਦੱਸ ਰਹੇ ਸੀ। ਸਿੰਗਲ ਲਾਈਨ ਸਪੇਸ ਦੇ ਲਈ Ctrl+1, Alt+1 ਨਹੀਂ ਆਊਗਾ, ਨਾ ਹੀ Shift+1 ਆਵੇ। Ctrl+1 ਤੇ 1 ਦੇ ਲਈ, 2 ਦੇ ਲਈ Ctrl+2 2 ਦੀ ਸਪੇਸਿੰਗ ਦੇ ਲਈ, ਤੇ 1.5 ਦੀ ਸਪੇਸਿੰਗ ਦੇ ਲਈ Ctrl+5। ਠੀਕ ਹੈ, ਇਹ ਸ਼ਾਰਟਕਟ ਮੈਂ ਆਲਰੇਡੀ ਦੱਸ ਚੁੱਕਿਆ ਕੱਲ ਵਾਲੀ ਵੀਡੀਓ 'ਚ। ਕਾਪੀ ਦੇ ਲਈ Ctrl+C, Ctrl+X, ਕੱਟ ਦੇ ਲਈ, ਪੇਸਟ ਦਾ Ctrl+V, ਅਨਡੂ ਦੇ ਲਈ, ਪ੍ਰੀਵੀਅਸ ਐਕਸ਼ਨ ਦੇ ਲਈ Ctrl+Z, ਰੀਡੂ ਦੇ ਲਈ Ctrl+Y।
ਤੇ ਸਬਸਕ੍ਰਿਪਟ ਦੇ ਲਈ ਸਬਸਕ੍ਰਿਪਟ ਹੁੰਦਾ ਜਿਵੇਂ ਮੈਂ ਇੱਥੇ ਲਿਖਦਾ ਕੁਲਦੀਪ ਮੇਰਾ ਨਾਮ, ਪੈਰ 'ਚ ਲਿਖਦਾ ਸਿੰਘ ਤੇ ਉੱਪਰ ਲਿਖਦੇ ਆ ਸਿੱਧੂ। ਇਹ ਨੀਚੇ ਵਾਲਾ ਸਬਸਕ੍ਰਿਪਟ ਹੈ, ਉੱਪਰ ਵਾਲਾ ਸੁਪਰਸਕ੍ਰਿਪਟ ਹੈ। ਠੀਕ ਹੈ, ਸਬਸਕ੍ਰਿਪਟ ਦੇ ਲਈ ਕੰਟਰੋਲ ਪਲੱਸ ਇਕੁਅਲ ਟੂ ਤੇ ਸੁਪਰਸਕ੍ਰਿਪਟ ਦੇ ਲਈ ਕੰਟਰੋਲ ਸ਼ਿਫਟ ਪਲੱਸ ਪਲੱਸ, ਇਹ ਇੰਪੋਰਟੈਂਟ ਹੈ। ਠੀਕ ਆ, ਫਿਰ ਸਾਈਜ਼ ਘਟਾਉਣ ਦੇ ਲਈ ਕੰਟਰੋਲ ਪਲੱਸ ਓਪਨ ਸਕੁਆਇਰ ਬ੍ਰੈਕਟ ਜਾਂ ਕੰਟਰੋਲ ਸ਼ਿਫਟ ਪਲੱਸ ਲੈਸ ਦੈਨ ਸਿੰਬਲ, ਇਹਦੇ ਨਾਲ ਸਾਈਜ਼ ਘਟੂਗਾ। ਆ ਦੇਖੋ ਜਿਹੜਾ ਇੱਧਰ ਨੂੰ ਮੂੰਹ ਹੈ ਉਹ ਘਟਣ ਵਾਸਤੇ, ਇੱਧਰ ਨੂੰ ਮੂੰਹ ਵਧਣ ਵਾਸਤੇ ਹੈ। ਕੰਟਰੋਲ ਤੇ ਕਲੋਜ਼ਡ ਚੌਰਸ ਬ੍ਰੈਕਟ ਲਵਾਂਗੇ ਵਧੂਗਾ, ਦੇਖੋ ਇੱਧਰ ਵਧਣ ਵਾਲਾ ਦੂਜੇ ਪਾਸੇ ਘਟਣ ਵਾਲਾ, ਇਹ ਵੀ ਇੰਪੋਰਟੈਂਟ ਹੈ। ਠੀਕ ਆ, ਸੋ ਇਹ ਆਪਾਂ ਡਿਸਕਸ ਕੀਤੇ ਨੇ ਕੁਝ ਟੌਪਿਕ ਜਿਹੜੇ ਆਪਾਂ ਨੂੰ ਲੱਗਦਾ ਸੀ ਵੀ ਪੇਪਰ ਦੇ ਵਿੱਚ ਆ ਸਕਦੇ ਨੇ। ਆਈ ਹੋਪ ਕਿ ਤੁਹਾਡੇ ਲਈ ਇਹ ਹੈਲਪਫੁਲ ਹੋਣਗੇ, ਤਾਂ ਤੁਸੀਂ ਇਹ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਡੇ ਕਿੰਨੇ ਠੀਕ ਹੋਏ। ਠੀਕ ਹੈ, ਤਾਂ ਇਸ ਚੀਜ਼ ਦੇ ਨਾਲ ਬਾਕੀ ਤੁਸੀਂ ਕੁਝ ਹੋਰ ਚਾਹੁੰਦੇ ਹੋ ਵੀ ਕੋਈ ਹੋਰ ਟੌਪਿਕ ਕਰਵਾਇਆ ਜਾਵੇ, ਥੋੜ੍ਹਾ ਬਹੁਤ ਆਪਾਂ ਸ਼ਾਮ ਨੂੰ ਵੀਡੀਓ ਬਣਾਵਾਂਗੇ ਜਿਹੜਾ ਅੱਜ ਪੇਪਰ ਹੋ ਰਿਹਾ, ਉਸ ਤੋਂ ਬਾਅਦ ਫਿਰ ਮੈਂ ਉਹਦੇ 'ਚ ਕਵਰ ਕਰਾ ਦੂੰਗੀ। ਥੈਂਕ ਯੂ।